ਕਾਮ ਕ੍ਰੋਧ ਕਾਇਆ ਕਉ ਗਲ ਇਹ ਜਿਹੜਾ ਕਾਮ ਦਾ ਫੁਰਨਾ ਹੈ ਨਾ, ਜੀਆਂ ਨੂੰ ਚਿੰਬੜਿਆ ਹੋਇਆ, ਪ੍ਰੇਤ ਚਿੰਬੜਿਆ ਹੋਇਆ, ਤੇ ਕ੍ਰੋਧ ਜਿਹੜਾ ਚੰਡਾਲ ਚਿੰਬੜਿਆ ਹੋਇਆ, ਇਹ ਤਾਂ ਦੇਹ ਨੂੰ ਗਾਲੀ ਹੀ ਜਾਂਦਾ ਸਾਰਿਆਂ ਦੇ ਨੂੰ। ਕਾਮ ਕ੍ਰੋਧ ਕਰਕੇ ਕੋਈ ਸੰਸਾਰ 'ਚ ਉਭਰਿਆ ਨਹੀਂ ਹੈ, ਸਭਨਾਂ ਨੂੰ ਇਹ ਗਾਲੀ ਜਾ ਰਹੇ ਹੈ। ਔਗਣ ਜਿਹੜੇ ਹਨ ਕਿਵੇਂ ਗਾਲਦੇ ਆ? ਜਿਉ ਕੰਚਨ ਸੁਹਾਗਾ ਢਾਲ। ਜਿਵੇਂ ਸਾਧ ਸੰਗਤ ਜੀ ਸੁਹਾਗਾ ਜਿਹੜਾ ਹੈ ਸੋਨੇ ਨੂੰ ਢਾਲ ਕੇ ਪਾਣੀ ਬਣਾ ਦਿੰਦਾ ਹੈ, ਇਸੇ ਪ੍ਰਕਾਰ ਇਹਦੇ ਜੀਵਨ ਨੂੰ ਢਾਲ ਕਰਕੇ ਸਾਧ ਸੰਗਤ ਜੀ ਪਾਣੀ ਨੂੰ ਪਤਲਾ ਕਰ ਦਿੰਦਾ ਵਿਕਾਰੀਆਂ ਦੇ ਨੂੰ। ਜਿਵੇਂ ਸੁਹਾਗਾ ਢਾਲ ਦਿੰਦਾ ਉਹ ਕਾਮ ਕ੍ਰੋਧ ਜਿਹੜੇ ਸੁਹਾਗੇ ਵਾਂਗੂ ਇਹ ਜ਼ਿੰਦਗੀ ਨੂੰ ਗਾਲ ਦਿੰਦੇ ਆ, ਢਾਲ ਦਿੰਦੇ ਆ, ਪਰਮੇਸ਼ਰ ਦੇ ਸਿਮਰਨ ਵੱਲ ਜੁੜਨ ਨਹੀਂ ਦਿੰਦੇ। ਹਰ ਵਕਤ ਵਿਕਾਰਾਂ ਦੀ ਵਾਸ਼ਨਾ ਪੁਰਖ ਨੂੰ ਬਣੀ ਰਹਿੰਦੀ ਹੈ, ਇਉਂ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ। ਫਿਰ ਕਰਨਾ ਕੀ ਚਾਹੀਦਾ ਹੈ? ਕਸ ਕਸਵਤ ਕਾਮ ਕ੍ਰੋਧ ਕਾਇਆ ਕਉ ਗਲ। ਜਿਹੜਾ ਕਾਮ ਦਾ ਫੁਰਨਾ ਹੈ ਅਤੇ ਕ੍ਰੋਧ ਦਾ ਫੁਰਨਾ ਹੈ, ਕਾਮ ਨੂੰ ਵਸਤੂ ਵਿਚਾਰ ਨਾਲ ਮੇਟੇ ਅਤੇ ਕ੍ਰੋਧ ਦੇ ਤਾਈਂ ਸ਼ਾਂਤੀ ਨਾਲ ਮੇਟਣਾ ਕਰੇ। ਤੇ ਕਾਇਆ ਕੋ ਗਾਲੇ, ਕਾਇਆ ਦਾ ਜਿਹੜਾ ਦੇਹ ਅਭਿਆਸ ਹੈ ਇਹਨੂੰ ਬ੍ਰਹਮ ਅਭਿਆਸ ਕਰਕੇ ਗਾਲਣਾ ਕਰੇ। ਕਿਵੇਂ ਗਾਲੇ? ਜਿਉ ਕੰਚਨ ਸੁਹਾਗਾ ਢਾਲ। ਜਿਵੇਂ ਸੋਨੇ ਦੇ ਤਾਈਂ ਸੁਹਾਗਾ ਢਾਲ ਦਿੰਦਾ, ਇਉਂ ਸੁਹਾਗੇ ਸੰਤੋਖ ਦਾ ਸੁਹਾਗਾ ਪਾ ਕੇ ਜਿਹੜਾ ਜਦ ਸਤ ਰੱਖਣਾ, ਸੰਤੋਖ ਰੱਖਣਾ ਹੈ, ਇਹ ਕੰਚਨ ਵਰਗੇ ਮਨ ਦੇ ਤਾਈਂ ਢਾਲਣਾ ਕਰੇ। ਪਰਮੇਸ਼ਰ ਵਰਗ 'ਚ ਮਿਲਣ ਵਾਸਤੇ ਸੁੱਧ ਕਰੇ, ਢਾਲ ਕੇ ਪ੍ਰੇਮੀ ਬਣਾ ਕੇ। ਕਸ ਕਸਵਤੀ ਸਹਿ ਸੂਤਾ। ਅਤੇ ਫਿਰ ਸੋਨਾ ਜਿਹੜਾ ਹੈ ਜਿਸ ਵਕਤ ਸਰਾਫ ਉਹਨੂੰ ਕਸੌਟੀ ਦੇ ਉੱਤੇ ਪਰਖਦਾ ਹੈ, ਜਿਹੜੀ ਕਸ ਖਿੱਚ ਪਾਈ ਹੈ ਨਾ ਕਸੌਟੀ ਦੀ, ਅਤੇ ਤਾਉ ਸਹਾਰ ਕੇ 12 ਬੰਨੀ ਦਾ ਜਿਹੜਾ ਪੂਰਾ ਮੈਲ ਸਾਰੀ ਚਲੀ ਜਾਵੇ ਜਿਸ ਸੋਨੇ ਦੇ ਵਿੱਚੋਂ। ਤੇ ਕਸੌਟੀ ਪਰਖਣ ਵਾਲੀ ਬੱਟੀ ਹੁੰਦੀ ਹੈ ਸੁਨਿਆਰਾਂ ਦੇ ਪਾਸ, ਸਰਾਫ ਦੇ ਪਾਸ, ਉਹਦੇ ਨਾਲ ਧਾਰ ਗਹਿਰੀ ਜੀ ਜੇ ਤਾਂ ਨਿਕਲੇ ਤਾਂ ਇਹ ਸੋਨੇ 'ਚ ਰਾਹ ਹੁੰਦਾ। ਜੇ ਧਾਰ ਜਿਹੜੀ ਹੈ ਉਹ ਸਾਫ਼ ਹੋਵੇ ਫਿਰ ਉਹ 12 ਬੰਨੀ ਦਾ ਸੋਨਾ ਹੁੰਦਾ। ਇਉਂ ਕਸਵੱਟੀ ਜਿਹੜੀ ਪਰਖ ਹੋਇਆ ਨਾ ਗੁਰੂ ਸਾਹਿਬ ਦੀ ਪ੍ਰਤੀਖਿਆ ਦੇ ਕੇ, ਅਤੇ ਗੁਰੂ ਮਹਾਰਾਜ ਸਾਹਿਬ ਜਿਵੇਂ ਸਿਰ ਪੰਜਾਂ ਪਿਆਰਿਆਂ ਦੇ ਮੰਗੇ ਸਨ, ਜਿਸ ਪ੍ਰਕਾਰ ਟੁੱਟੀ ਘਨਾਉਣ ਵੇਲੇ ਭਾਈ ਮਹਾਂ ਸਿੰਘ ਆਦਿਕਾਂ ਨੇ ਸਾਰਿਆਂ ਨੇ ਕੁਰਬਾਨੀ ਕੀਤੀ ਸੀ। ਸਤਿਗੁਰੂ ਜੀ ਨੇ ਸਿੱਖੀ ਟੁੱਟੀ ਹੋਈ ਮਾਝੇ ਦੀ ਗੰਢ ਦਿੱਤੀ ਸੀ। ਇਸ ਪ੍ਰਕਾਰ ਸਾਧ ਸੰਗਤ ਜੀ ਕਸੌਟੀ ਹੈ ਮਹਾਰਾਜ ਦੀ ਪਰਖ। ਜਿਸ ਵਕਤ ਮਹਾਰਾਜ ਸਾਹਿਬ ਜੀ ਨੇ ਪਰਖ ਕੀਤੀ ਅਨੰਦਪੁਰ ਸਾਹਿਬ ਵਿੱਚ, ਉਦੋਂ ਤਾਲ ਨਹੀਂ ਸੀ ਸਹਾਰ ਸਕੇ। ਸੋ ਫਿਰ ਇਹਨਾਂ ਨੇ ਸਾਧ ਸੰਗਤ ਜੀ ਗੁਰੂ ਮਹਾਰਾਜ ਸਾਹਿਬ ਦੇ ਮੁਕਤਸਰ ਸਾਹਿਬ ਕੁਰਬਾਨੀ ਕਰਕੇ ਸਿੰਘਾਂ ਨੇ ਉਹ ਕਸੌਟੀ ਦਾ ਤਾਲ ਸਹਾਰ ਕੇ ਜੰਗ ਵਿੱਚ ਕੁਰਬਾਨੀ ਕਰਕੇ ਭਾਈ ਮਹਾਂ ਸਿੰਘ ਜੀ ਸਹਿਜਦੇ ਸਨ ਕਿ ਗੁਰੂ ਸਾਹਿਬ ਦੇ ਅੰਤ ਨੂੰ ਦਰਸ਼ਨ ਹੋਣ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜਦੋਂ ਆ ਕੇ ਸਿੱਖਾਂ ਨੂੰ ਵੇਖ ਕੇ ਕਿਸੇ ਨੂੰ 10,000 ਕਿਸੇ ਨੂੰ 5,000 ਕਿਸੇ ਨੂੰ 20,000 ਇਹ ਖਿਤਾਬ ਮਹਾਰਾਜ ਦੇਈ ਜਾਂਦੇ ਹੈ। ਭਾਈ ਮਹਾਂ ਸਿੰਘ ਜੰਡ ਹੇਠ ਪਿਆ ਸੀ, ਜਿਹੜਾ ਗੁਰਦੁਆਰਾ ਸਾਹਿਬ ਟੁੱਟੀ ਗੰਢ ਵਾਲੇ ਦੇ ਨਾਲ ਜੰਡ ਹੈ ਨਿਸ਼ਾਨ ਸਾਹਿਬ ਦੇ ਪਾਸ, ਉੱਥੇ ਬਣ ਹੈ। ਉਸ ਬਣ ਦੇ ਹੇਠਾਂ ਗੁਰੂ ਸਾਹਿਬ ਜੀ ਨੇ ਸਹਿਕਦਾ ਵੇਖ ਕੇ ਆਪਣੇ ਗੋਡਿਆਂ ਦੇ ਵਿੱਚ ਲੈ ਕੇ ਸੱਚੇ ਪਾਤਸ਼ਾਹ ਜੀ ਨੇ ਇਹਦੇ ਚਿਹਰੇ ਦੇ ਤਾਈਂ ਸੱਚੇ ਪਾਤਸ਼ਾਹ ਰੁਮਾਲ ਦੇ ਨਾਲ ਸਾਫ਼ ਕੀਤਾ ਤੇ ਪੁੱਛਿਆ ਕਿ ਮਹਾਂ ਸਿੰਘ ਮੰਗ ਜੋ ਕੁਛ ਮੰਗਣਾ ਹੈ। ਇਹਨ ਕਿਹਾ ਮਹਾਰਾਜ ਅੰਤ ਵੇਲੇ ਦਰਸ਼ਨਾਂ ਦੀ ਭੁੱਖ ਸੀ, ਇਹ ਤੁਹਾਡੀ ਕਿਰਪਾ ਹੋ ਗਈ, ਮੈਨੂੰ ਦਰਸ਼ਨ ਹੋ ਗਏ, ਹੁਣ ਹੋਰ ਕੀ ਮੰਗਣਾ ਹੈ। ਜਿਸ ਦਰਸ਼ਨਾਂ ਨੂੰ ਅੰਤ ਵੇਲੇ ਜੋਗੀ ਪਏ ਤਰਸਦੇ ਹੈ, ਉਹ ਦਰਸ਼ਨ ਮਹਾਰਾਜ ਅੰਤ ਦੇ ਵੇਲੇ ਜੋਗੀਆਂ ਨੂੰ ਵੀ ਹੋਣਾ ਮੁਸ਼ਕਲ ਹੈ। ਆਪ ਦੇ ਦਰਸ਼ਨ ਮੈਨੂੰ ਹੋ ਗਏ, ਹੋਰ ਨਹੀਂ ਕੁਛ ਮੰਗਣਾ। ਮਹਾਰਾਜ ਕਹਿਣ ਲੱਗੇ ਭਾਈ ਮਹਾਂ ਸਿੰਘ ਤੈਨੂੰ ਪਤਾ ਸਾਡੀ ਖੁਸ਼ੀ ਦਾ, ਅਸੀਂ ਮਰਿਆਂ ਨੂੰ ਜਿਉਂਦਾ ਕਰ ਸਕਦੇ ਹਾਂ, ਤੂੰ ਜਿੰਨਾ ਚਿਰ ਮੰਗਦਾ ਨਹੀਂ ਸਾਡਾ ਚਿੱਤ ਪ੍ਰਸੰਨ ਨਹੀਂ ਹੁੰਦਾ। ਫਿਰ ਉਹਨੇ ਸੋਚਿਆ ਵੀ ਜਿਹੜਾ ਬਦਾਵਾ ਦੇ ਗਏ ਸੀ ਉਹ ਗੁਰੂ ਸਾਹਿਬ ਦੇ ਚੇਤੇ ਨਹੀਂ ਹੁਣ, ਉਹਨਾਂ ਦੀ ਜਿਹੜੀ ਗਲਤੀ ਹੈ, ਇਹ ਸਤਿਗੁਰਾਂ ਤੋਂ ਬਦਾਵਾ ਪੜਵਾਈਏ, ਸਾਰੇ ਦੇਸ਼ 'ਤੇ ਉਪਕਾਰ ਹੋਵੇ। ਮਹਾਰਾਜ ਕਹਿੰਦੇ ਜੇ ਕਹੇ ਬ੍ਰਹਮ ਲੋਕ ਦਾ ਰਾਜ ਦੇ ਦਈਏ, ਜੇ ਕਹੇ ਸਵਰਗ ਦਾ ਰਾਜ ਦੇ ਦਈਏ, ਜੇ ਕਹੇ ਉਮਰ 4 ਯੁੱਗ ਦੀ ਤੇਰੀ ਬਣਾ ਦਈਏ, ਛੇਤੀ ਬੋਲ ਜੋ ਤੂੰ ਕਹੇ ਕਰ ਦਈਏ। ਕਹਿਣ ਲੱਗਾ ਮਹਾਰਾਜ ਸਾਹਿਬ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਮੈਨੂੰ, ਕਿਰਪਾ ਕਰੋ ਫਿਰ ਜਿਹੜਾ ਦੇਸ਼ ਵਿਛੜ ਚੁੱਕਾ ਨਵਾਂ ਪਾਤਸ਼ਾਹ ਤੋਂ ਲਾ ਕੇ ਆਪਦੀ ਸਿੱਖੀ ਕਮਾਉਂਦਾ ਰਿਹਾ, ਇਸ ਵੇਲੇ ਆਪਦੀ ਪਰਖ ਦਾ ਤਾਉ ਨਹੀਂ ਸਹਾਰ ਸਕਿਆ, ਉਹ ਸੱਚੇ ਪਾਤਸ਼ਾਹ ਜਿਹੜਾ ਬਦਾਵੇ ਦਾ ਕਾਗਜ਼ ਦੇ ਗਏ ਲਿਖ ਕੇ, ਉਹ ਬਦਾਵਾ ਪਾੜ ਦਿਓ ਮੇਰੇ ਸਾਹਮਣੇ। ਸੁਣ ਕੇ ਗੁਰੂ ਮਹਾਰਾਜ ਸਾਹਿਬ ਨੇ ਕਿਹਾ ਭਈ ਉਹ ਆਪਦੀ ਬਾਬਤ ਜੋ ਕਰ ਗਏ, ਤੂੰ ਮਹਾਂ ਸਿੰਘ ਆਪਦੀ ਬਾਬਤ ਮੰਗ। ਉਸ ਵੇਲੇ ਕਿਹਾ ਨਹੀਂ ਮਹਾਰਾਜ ਮੇਰੇ ਅੰਦਰ ਹੋਰ ਕੋਈ ਇੱਛਾ ਨਹੀਂ। ਸੁਣ ਕੇ ਗੁਰੂ ਸਾਹਿਬ ਬੜੇ ਪ੍ਰਸੰਨ ਹੋ ਕੇ ਵਾਹ ਭਾਈ ਮਹਾਂ ਸਿੰਘ
ਸਾਰੇ ਦੇਸ਼ ਤੇ ਉਪਕਾਰ ਕੀਤਾ ਤੇ ਵਿਛੜਿਆਂ ਨੂੰ ਮਿਲਣ ਦਾ ਯਤਨ ਕੀਤਾ। ਇਸ ਪ੍ਰਕਾਰ ਜਦੋਂ ਪਰਖ ਦੀ ਕਸੌਟੀ ਆਵੇ, ਇਹ ਹੈ ਕਸੌਟੀ। ਇਸ ਦੀ ਬਾਬਤ ਕਹਿੰਦੇ ਹਨ ਆਪ ਕਸ ਕਸਵੱਟੀ ਸਹਿ ਸੂਤਾ। ਜਦੋਂ ਮਹਾਰਾਜ ਸਾਹਿਬ ਕਸੌਟੀ ਤੇ ਪਰਖਣਾ ਕਰਨ, ਸਰਾਫ ਦੀ ਨਿਆਈ ਗੁਰੂ ਸਾਹਿਬ ਪਰਖ ਕਰਨ ਤੋਂ ਤਿੱਖਿਆ ਦੇਣ, ਉਸ ਵੇਲੇ ਤਾਂ ਨੂੰ ਸਹਾਰੇ ਗੁਰੂ ਸਾਹਿਬ ਦੇ ਨੂੰ, ਜੋ ਪਰਖ ਵਿੱਚ ਪੂਰਾ ਉਤਰੇ, ਕੋਈ ਢਿੱਲਾ ਨਾ ਹੋਵੇ, ਮਹਾਰਾਜ ਸਾਹਿਬ ਦੀ ਰਜਾ ਵਿੱਚ ਚੱਲੇ, ਭਾਣਾ ਮੰਨਣ ਵਾਲਾ ਹੋਵੇ। ਇਉਂ ਕਸੌਟੀ ਹੋਈ, ਪਰਖ ਰੂਪੀ ਜਿਹੜੀ ਕਸੌਟੀ ਦਿੱਤੀ ਹੋਈ ਹੈ, ਇਸ ਪ੍ਰੀਖਿਆ 'ਚ ਪੂਰਾ ਉਤਰੇ। ਜੇ ਪੰਜਾਂ ਪਿਆਰਿਆਂ ਨੇ ਸੀਸ ਦੇ ਦਿੱਤਾ ਸੀ, ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜਿਉਂਦੇ ਕਰਤੇ ਸੀ। ਇਸ ਪ੍ਰਕਾਰ ਜਿਹੜਾ ਤਾਉ ਨੂੰ ਸਤਿਗੁਰਾਂ ਦੇ ਨੂੰ ਪਰਖ ਦੇ ਤਾਉ ਨੂੰ ਸਹਾਰ ਲਵੇ, ਇਹ ਕਸੌਟੀ ਹੈ। ਤਿੱਖਿਆ ਜਿਹੜੀ ਦੇਣੀ ਮਹਾਰਾਜ ਸਾਹਿਬ ਜੀ ਨੇ, ਸੇਵਾ ਮੈਂ ਦੁੱਖ ਸੋਈ ਕਰ ਸੁਖਾ, ਪਾਉ ਨ ਬੀਂਗਾ ਘਾਲਿਓ। ਇਸ ਪ੍ਰਕਾਰ ਆਗਿਆ ਮੈਂ ਦੁੱਖ ਸੋਈ ਕਰ ਸੁਖਾ। ਇਸ ਪ੍ਰਕਾਰ ਦਾ ਜੀਵਨ ਜਿਹੜਾ ਬਣਾਉਣਾ ਹੈ, ਕਸੌਟੀ ਤੇ ਉਤਰਨਾ ਹੈ ਪੂਰਾ। ਇਸ ਤਾਹ ਨੂੰ ਜਿਹੜਾ ਸਹਾਰ ਲਵੇ ਤੇਜ ਨੂੰ। ਨਜ਼ਰ ਸਰਾਫ ਬਨੀਸ ਚੜਾ। ਫਿਰ ਨਜ਼ਰ ਸਤਿਗੁਰੂ ਸਰਾਫ ਦੀ ਹੁੰਦੀ ਹੈ, ਕਿਰਪਾ ਦ੍ਰਿਸ਼ਟੀ ਤੇ ਬਨੀਸ ਚੜਾ 12 ਬੰਨੀ ਦਾ ਸੋਨਾ ਬਣ ਕੇ ਖਜ਼ਾਨੇ 'ਚ ਪੈ ਜਾਂਦਾ। ਪਰ ਖਜ਼ਾਨੇ ਪਾਇਆ ਸਰਾਫੀ, ਫਿਰ ਨਾ ਹੀ ਤਾਈ ਜਾਹੇ। ਇਸੇ ਪ੍ਰਕਾਰ ਅਕਾਲ ਪੁਰਖ ਵਾਹਿਗੁਰੂ ਸਰਾਫ ਦੀ ਨਿਗਾਹ ਹੁੰਦੀ ਹੈ। ਬੰਨੀ ਤੁਰਿਆ ਪਾਦੇ 'ਚ ਸਾ ਉਹਨਾਂ ਦਾ ਚੜਾਅ ਹੁੰਦਾ ਹੈ, ਅਤੇ ਬਨੀਸ ਚੜਾਓ ਤੁਰਿਆ ਪਦ ਰੂਪੀ ਬੰਨੀ 12 ਬੰਨੀ, ਪੰਜੇ ਗਿਆਨ ਇੰਦਰੇ, ਪੰਜੇ ਕਰਮ ਇੰਦਰੇ, ਮਨ ਤੇ ਬੁੱਧ, ਇਹਨਾਂ ਦੇ ਵਿਸ਼ਿਆਂ ਨੂੰ ਜਿਹਨੇ ਰੋਕ ਲਿਆ ਹੈ। ਇਹ 12 ਬੰਨੀ ਦਾ ਉਹਨਾਂ ਦੇ ਅੰਦਰ ਸਾਹ ਚੜਾਅ ਹੁੰਦਾ ਹੈ। ਤੁਰਿਆ ਪਦ ਵਿੱਚ ਉਹਨਾਂ ਦੀ ਚੜਾਈ ਹੁੰਦੀ, ਇਸਤਤ ਹੁੰਦੇ ਹਨ। ਸਚੜਾ ਸੱਚਾ ਹੈ ਉਹਨਾਂ ਨੂੰ। ਇਹ 12 ਬੰਨੀ ਦਾ ਬਾਰ ਨਜ਼ਰ ਸਰਾਫੀ, ਸਰਾਫ ਬੰਨੀ ਸਾਹ ਚੜਾਓ, 92 ਸਾਹ ਦਾ ਪਾਠ ਤਾਂ ਸਾਹ ਚੜਾ ਵੀ ਹੈ। ਸੋ ਸਾਹ ਉਹਨਾਂ ਦਾ ਚੜਾਅ ਹੁੰਦਾ, ਸੱਚਾ ਉਹਨਾਂ ਨੂੰ 12 ਬੰਦੇ ਸੋਨੇ ਬਣ ਜਾਂਦੇ ਆ ਪਰਖ ਕੇ। ਜਗਤ ਪਸ਼ੂ ਅਹੰ ਕਾਲ ਕਸਾਈ। ਬਾਕੀ ਦੇ ਜਿਹੜੇ ਇਸ ਤਰ੍ਹਾਂ ਪੂਰੇ ਨਹੀਂ ਨਾ ਉਤਰੇ, ਉਹ ਸਾਰਾ ਜਗਤ ਭਾਈ ਪਸ਼ੂ ਹੈ, ਪਸ਼ੂ ਦੀ ਨਿਆਈ ਹੈ। ਅਹੰ ਕਾਲ ਕਸਾਈ। ਤੇ ਹੰਕਾਰ ਹੈ ਜਿਹੜਾ ਪਸ਼ੂਆਂ ਦਾ, ਇਹ ਅਹੰ ਭਾਵ ਹੈ ਜਿਹੜਾ ਸਾਰੇ ਜੈਤਪੰਨ ਹੋਏ ਤੇ ਗਤ ਨਾਸ ਹੋਣ ਵਾਲੇ ਜਿੰਨੇ ਹੈ, ਜਿਨ੍ਹਾਂ ਦੇ ਅੰਦਰ ਹੰਗਤ ਹੈ ਦੇਹ ਦੀ, ਇਹ ਪਸ਼ੂ ਦੀ ਨਿਆਈ ਹੈ। ਤੇ ਇਹਨਾਂ ਪਸ਼ੂਆਂ ਨੂੰ ਕਤਲ ਕਰਨ ਵਾਲਾ ਕਾਲ ਹੈ ਕਸਾਈ। ਕਾਲ ਕਸਾਈ ਦੀ ਨਿਆਈ ਹੈ। ਸਾਰਾ ਜਗਤ ਹਉਮੈ ਵਾਲਾ ਪਸ਼ੂ ਦੀ ਨਿਆਈ ਹੈ, ਤੇ ਕਾਲ ਕਸਾਈ ਦੀ ਨਿਆਈ ਇਹਨਾਂ ਨੂੰ ਕਤਲ ਕਰਨ ਵਾਲਾ, ਨਾਸ਼ ਕਰਨ ਵਾਲਾ ਹੈ। ਕਰ ਕਰਤਾ ਕਰਨੀ ਕਰ ਪਾਈ। ਕਰ ਕਰਤਾ ਕਰਨੀ ਕਰ ਪਾਈ। ਜਿਹੜੀ ਕੀਤੀ ਹੈ ਨਾ ਇਹਨਾਂ ਨੇ ਕਰਨੀ, ਉਹ ਕਰਤਾ ਪੁਰਖ ਨੇ ਇਹਨਾਂ ਦੇ ਕਰ ਅੰਤਾ ਕਰਨ ਰੂਪੀ ਹੱਥ ਦੇ ਉੱਤੇ ਲਿਖ ਕੇ ਪਾ ਦਿੱਤੀ ਹੈ। ਜਾਂ ਕਰ ਹੱਥਾਂ ਨਾਲ ਜੋ ਇਹਨਾਂ ਨੇ ਕਰਤਾ ਗਣ ਕੇ ਕਰਮ ਕੀਤਾ ਹੈ, ਉਹ ਕਰਨੀ ਇਹਨਾਂ ਦੇ ਕਰ ਮਸਤਕ ਰੂਪੀ ਹੱਥ ਵਿੱਚ ਪਾ ਦਿੱਤੀ ਹੈ। ਮਾਰਨ ਲਿਖ ਦਿੱਤਾ ਹੈ। ਜਿਨ ਕੀਤੀ ਤਿਨ ਕੀਮਤ ਪਾਈ। ਇਹ ਜਿਸ ਵਾਹਿਗੁਰੂ ਨੇ ਸ੍ਰਿਸ਼ਟੀ ਰਚੀ ਹੈ, ਇਹਨਾਂ ਦੀ ਕੀਮਤ ਵੀ ਫਲਾਣੇ ਦੀ ਇੰਨੀ ਕਰਨੀ ਹੈ, ਇਹਨੂੰ ਇਹ ਫਲ ਦੇਣਾ ਚਾਹੀਦਾ, ਇਹਦੀ ਪੁੰਨਾਂ ਦੀ ਕਰਨੀ ਹੈ, ਇਹਦੀ ਪਾਪਾਂ ਦੀ ਕਰਨੀ ਹੈ, ਇਹਨੂੰ ਇਹ ਦੰਡ ਮਿਲਣਾ ਚਾਹੀਦਾ, ਇਹਨੂੰ ਸੁੱਖ ਮਿਲਣਾ ਚਾਹੀਦਾ। ਇਹਨੂੰ ਜਿਸ ਵਾਹਿਗੁਰੂ ਨੇ ਸ੍ਰਿਸ਼ਟੀ ਰਚੀ ਹੈ ਨਾ, ਕੀਤੀ ਹੈ, ਉਸੇ ਨੇ ਇਹ ਕੀਮਤ ਪਾਈ ਹੈ ਵੀ ਇਹ ਇੰਨੇ ਦੰਡ ਦਾ ਭਾਗੀ ਹੈ, ਇਹ ਇੰਨੇ ਸੁੱਖ ਦਾ ਭਾਗੀ ਹੈ। ਇਹ ਕੀਮਤ ਵੀ ਉਸੇ ਵਾਹਿਗੁਰੂ ਨੇ ਪਾਈ ਹੈ। ਉਸ ਤੋਂ ਬਿਨਾਂ ਹੋਰ ਕਿਹੜਾ ਜਿਹੜਾ ਇਸ ਪ੍ਰਕਾਰ ਰਤੀਓਂ ਮਾਸਾ ਤੋਲ ਕਢਾਵਣਿਆ, ਕੌਣ ਹੈ ਹਿਸਾਬ ਕਿਤਾਬ ਕਰਨ ਵਾਲਾ ਪਰਮੇਸ਼ਰ ਤੋਂ ਬਿਨਾਂ? ਉਸੇ ਨਹੀਂ ਹਾਂਜੀ ਕਰ ਕਰਤਾ ਜਿਨ ਕੀਤੀ ਪਿਛਲੀ ਤੋਂ ਕਰ ਕਰਤਾ ਕਰਨੀ ਕਰ ਪਾਈ। ਸਾਧ ਸੰਗਤ ਜੀ ਜਿਨ੍ਹਾਂ ਨੇ ਕਰਨੀ ਭਗਤੀ ਕੀਤੀ ਹੈ, ਉਹਨਾਂ ਦੀ ਕਰ ਕਰਤਾ ਹੈ। ਕਰ ਕਰਤਾ ਕਰਨੀ ਕਰ ਪਾਈ। ਜਿਨ੍ਹਾਂ ਨੇ ਕਰਨੀ ਭਗਤੀ ਪਰਮੇਸ਼ਰ ਦੀ ਮੱਥੇ ਤੇ ਉਹਨਾਂ ਦੇ ਪਾਤੀ ਹੈ, ਲਿਖ ਦਿੱਤੀ ਹੈ, ਉਹ ਗੁਰੂ ਸਾਹਿਬ ਜੀ ਦੀ ਸੰਗਤ ਕਰਕੇ ਕਰਤਾ ਪੁਰਖ ਦੀ ਕਰਨੀ ਭਗਤੀ ਕਰਦੇ ਹਨ। ਜਿਨ ਕੀਤੀ ਤਿਨ ਕੀਮਤ ਪਾਈ। ਜਿਨ੍ਹਾਂ ਨੇ ਕੀਤੀ ਹੈ ਮਹਾਰਾਜ ਦੀ ਭਗਤੀ, ਉਹਨਾਂ ਨੇ ਉਸ ਰੂਪ ਦੀ ਪ੍ਰਾਪਤੀ ਦੀ ਕੀਮਤ ਪਾ ਲਈ ਹੈ। ਇੱਕੋ ਹੀ ਰੂਪ ਹੋ ਗਏ ਮਿਲ ਕੇ। ਹੋਰ ਕਿਆ ਕਹੀਏ ਕਿਛ ਕਹਿਣ ਨਾ ਜਾਏ। ਹੋਰ ਭਾਈ ਕਿਸੇ ਨੂੰ ਕੀ ਦੱਸੀਏ? ਕਿਸੇ ਪ੍ਰਕਾਰ ਕਹਿ ਕਰਕੇ ਵੇਦ ਸ਼ਾਸਤਰਾਂ ਦੁਆਰਾ ਤਿਰਗੁਣ ਵਿਸ਼ਾ ਵੇਦਾ, ਤਿੰਨਾਂ ਗੁਣਾਂ ਨੂੰ ਵਿਸ਼ੇ ਵੇਦ ਕਰਦੇ ਆ। ਚੌਥੇ ਪਦ ਦੀ ਬਾਬਤ
ਕੁਛ ਕਿਹਾ ਨਹੀਂ ਜਾ ਸਕਦਾ। ਅਕਥਨੀ ਅਵਸਥਾ ਹੈ, ਕਿਸੇ ਦੇ ਪਾਸੋਂ ਕਹੀ ਨਹੀਂ ਜਾ ਸਕਦੀ। ਖੋਜਤ ਖੋਜਤ ਅੰਮ੍ਰਿਤ ਪੀਆ, ਖੋਜਿਆ ਹੈ ਵੇਦਾਂ ਨੂੰ, ਖੋਜਿਆ ਸ਼ਾਸਤਰਾਂ ਨੂੰ, ਖੋਜਿਆ ਤਨ ਨੂੰ ਮਨ ਨੂੰ, ਸਾਧ ਸੰਗਤ ਦੁਆਰਾ ਖੋਜ ਖੋਜ ਕੇ ਜਿਨ੍ਹਾਂ ਨੇ ਅੰਮ੍ਰਿਤ ਨਾਮ ਨੂੰ ਪੀਣਾ ਕੀਤਾ ਹੈ। ਖਿਮਾ ਗਹੀ ਮਨ ਸਤਿਗੁਰ ਦੀਆ, ਅੰਮ੍ਰਿਤ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਦਿੱਤਾ ਚੌਹਾਂ ਯੁੱਗਾਂ ਦਾ ਨਿਵੇੜਾ ਕਰਨ ਵਾਸਤੇ। ਜਿਨ੍ਹਾਂ ਨੂੰ ਕੋਈ ਬੇਅਦਬੀ ਕਰ ਜਾਵੇ ਉਹਨੂੰ ਮਾਫ ਕਰ ਦੇਵੇ, ਐਸੀ ਖਿਮਾ ਗੁਣ ਗ੍ਰਹਿਣ ਕੀਤਾ ਹੈ। ਤੇ ਮਨ ਗੁਰੂ ਸਾਹਿਬ ਨੂੰ ਭੇਟਾ ਕਰ ਦਿੱਤਾ ਹੈ ਕਿ ਗੁਰੂ ਸਾਹਿਬ ਦਾ ਹੀ ਮਨ ਹੈ, ਸਾਡਾ ਨਹੀਂ, ਇਹਦੇ 'ਚ ਅਸੀਂ ਹਉਮੈ ਕਿਹੜੀ ਗੱਲ ਦੀ ਕਰਨੀ ਹੈ। ਉਹਨਾਂ ਨੂੰ ਮਹਾਰਾਜ ਸਾਹਿਬ ਨੇ ਖੋਜ ਕੇ ਅਧਿਕਾਰੀ ਜੇ ਪੰਜਾਂ ਪਿਆਰਿਆਂ ਦੇ ਸੀਸ ਲੈ ਕੇ ਉਹਨਾਂ ਨੂੰ ਅੰਮ੍ਰਿਤ ਬ੍ਰਹਮਾਨੰਦ ਦਿੱਤਾ ਹੈ। ਖਰਾ ਖਰਾ ਆਖੈ ਸਭ ਕੋ, ਵੇਖੋ ਸਾਧ ਸੰਗਤ, ਜਿਹੜਾ ਖਰਾ ਰੁਪਇਆ ਹੋਵੇ ਉਸ ਨੂੰ ਸਭ ਕੋਈ ਖਰਾ ਕਹੀ ਜਾਂਦਾ ਹੈ। ਖਰਾ ਰਤਨ ਜੁਗ ਚਾਰੇ ਹੋ, ਖੋਟੇ ਰੁਪਈਏ ਜਿਹੜੇ ਹੁੰਦੇ ਉਹ ਖੋਟੇ ਹੀ ਹੁੰਦੇ ਹਨ। ਜਿਨ੍ਹਾਂ ਦੇ ਖੋਟੇ ਜੀਵਨ ਧਰਮ ਤੋਂ ਹੀਣੇ, ਉਹ ਤਾਂ ਧਰਮ ਤੋਂ ਹੀਣੇ ਹੀ ਹਨਗੇ। ਜਿਨ੍ਹਾਂ ਨੂੰ ਖਰਾ ਸੱਚਾ ਧਰਮ ਹੈ ਉਹ ਖਰੇ ਸੱਚੇ ਧਰਮ ਵਾਲਿਆਂ ਨੂੰ ਸਭ ਕੋਈ ਸੱਚਾ ਹੀ ਆਖਦਾ ਹੈ। ਖਰਾ ਰਤਨ ਜੁਗ ਚਾਰੇ ਹੋ, ਖਰਾ ਤਾਂ ਭਾਈ ਰਤਨ ਹੈ, ਉਹ ਚੌਹਾਂ ਯੁੱਗਾਂ ਵਿੱਚ ਹੀ ਰਤਨ ਗੁਰੂ ਸਾਹਿਬ ਦਾ ਸ਼ਬਦ ਹੈ। ਚੌਹਾਂ ਯੁੱਗਾਂ ਦੇ ਜਿੰਨੇ ਜੀਵ ਹੈ ਉਹ ਸ਼ਬਦ ਰੂਪੀ ਰਤਨ ਕਰਕੇ ਖਰੇ ਹੋ ਜਾਂਦੇ ਹੈ, ਸੱਚੇ ਬਣ ਜਾਂਦੇ ਹੈ, ਸਵੈ ਧਰਮ ਵਿੱਚ ਪੱਕੇ ਹੋ ਜਾਂਦੇ ਹਨ। ਰਤਨ ਰੂਪ ਪਰਮੇਸ਼ਵਰ ਹੀ ਆਪ ਖਰਾ ਚੌਹਾਂ ਯੁੱਗਾਂ 'ਚ ਉਹੀ ਹੁੰਦਾ ਆਇਆ ਹੈ। ਖਾਦ ਪੀ ਅੰਤ ਮੂਏ ਨਹੀਂ ਜਾਣਿਆ, ਇਹ ਜੀਵ ਜਿਹੜੇ ਉਸ ਰਤਨ ਨੂੰ ਭੁਲਾ ਕਰਕੇ ਇਸ ਰੂਪ ਨੂੰ ਖਾਦ ਪੀਣ ਖਾਣ ਪੀਣ ਵਿੱਚ ਹੀ ਅੰਤ ਹੋ ਗਿਆ। ਖਾ ਲਿਆ ਪੀ ਲਿਆ ਅੰਤ ਮਰ ਗਏ। ਖਾਦ ਪੀ ਅੰਤ ਮੂਏ ਨਹੀਂ ਜਾਣਿਆ, ਖਾਣ ਪੀਣ ਦੇ ਅੰਦਰ ਹੀ ਲੱਗੇ ਰਹਿੰਦੇ ਆ। ਇਸ ਪ੍ਰਕਾਰ ਵਾਹਿਗੁਰੂ ਤੋਂ ਮਰ ਗਏ, ਤਾਂ ਪਰਮੇਸ਼ਰ ਤੋਂ ਬੇਮੁਖ ਹੋ ਗਏ ਤੇ ਨਹੀਂ ਜਾਣਿਆ, ਉਸ ਵਾਹਿਗੁਰੂ ਦੇ ਸਰੂਪ ਨੂੰ ਜਾਣਿਆ ਨਹੀਂ, ਇਉਂ ਖਾਣ ਪੀਣ ਵਿੱਚ ਹੀ ਮਰ ਗਏ ਹਨ। ਫੇਰ ਪੜੋ, ਖਾਤ ਪੀ ਅੰਤ ਮੂਏ ਨਹੀਂ ਜਾਣਿਆ, ਜਿਨ੍ਹਾਂ ਨੇ ਸਰੂਪ ਨੂੰ ਜਾਣ ਲਿਆ ਹੈ ਉਹ ਖਾਦ ਪੀ ਅੰਤ ਮੂਏ ਨਹੀਂ, ਉਹ ਖਾਣ ਪੀਣ ਦੇ ਪਦਾਰਥਾਂ 'ਚ ਨਹੀਂ ਮਰਦੇ। ਉਹ ਵਾਹਿਗੁਰੂ ਦੇ ਸਰੂਪ ਨੂੰ ਜਾਣਨ ਵਾਲੇ ਨਿਹਾਲ ਹੋ ਜਾਂਦੇ ਹੈ। ਇਸ ਪ੍ਰਕਾਰ ਪਰਮੇਸ਼ਰ ਦਾ ਜਾਣਨਾ ਜਿਹੜਾ ਹੈ, ਖਾਦ ਪੀ ਅੰਤ ਮੂਹੇ ਨਹੀਂ ਜਾਣਿਆ। ਉਹ ਖਾਣ ਵਾਲੇ ਪਦਾਰਥਾਂ 'ਚ ਪੀਣ ਵਾਲੇ ਰਸਾਂ ਕਸਾਂ 'ਚ ਮਰੇ ਨਹੀਂ ਹਨ ਪੈ ਕੇ, ਜਿਨ੍ਹਾਂ ਨੇ ਉਸ ਪਰਮੇਸ਼ਰ ਨੂੰ ਅੰਤ ਸਿਧਾਂਤ ਰੂਪ ਕਰਕੇ ਜਾਣ ਲਿਆ ਹੈ। ਖਿਨ ਮਹਿ ਮੂਏ ਜਾਂ ਸ਼ਬਦ ਪਛਾਨਿਆ, ਖਾਦ ਪੀ ਅੰਤ ਮੂਏ ਜਿਹੜੇ ਖਾਣ ਪੀਣ 'ਚ ਲੱਗੇ ਜੀਵਤ ਭਾਵ ਤੋਂ ਨਹੀਂ ਮਰੇ ਤੇ ਉਹਨਾਂ ਨੇ ਗੁਰੂ ਸਾਹਿਬ ਦੇ ਉਪਦੇਸ਼ ਨੂੰ ਨਹੀਂ ਜਾਣਿਆ ਹੈ। ਖਿਨ ਮਹਿ ਮੂਏ ਜਾਂ ਸ਼ਬਦ ਪਛਾਨਿਆ, ਜਦੋਂ ਗੁਰੂ ਸਾਹਿਬ ਦੇ ਸ਼ਬਦ ਨੂੰ ਪਛਾਣ ਲਿਆ ਜਿਨ੍ਹਾਂ ਨੇ, ਉਹ ਇੱਕ ਛਿੰਦੇ ਵਿੱਚ ਹੀ ਜੀਵਤ ਭਾਵ ਤੋਂ ਮਰ ਗਏ, ਨਿਹਾਲ ਹੋ ਗਏ ਹਨ। ਆਸਥਰ ਚੀਤ ਮਰਨ ਮਨ ਮਾਨਿਆ, ਜਿਨ੍ਹਾਂ ਦਾ ਚਿੱਤ ਸਾਧ ਸੰਗਤ ਜੀ ਮਰਨ 'ਚ ਮੰਨਿਆ ਹੈ, ਉਹ ਚਿੱਤ ਐਨ ਇਕਾਗਰ ਹੋ ਜਾਂਦੇ ਹੈ, ਇਸਤਤ ਹੋ ਜਾਂਦੇ ਹੈ। ਉਹ ਕਹਿੰਦੇ ਸਾਡੇ ਤਾਂ ਮੌਤ ਉੱਤੇ ਅਸੀਂ ਕੀ ਹੋਰ ਚਿਤਵਣੀਆਂ ਵਕਾਰ ਵੀ ਉਹਨਾਂ ਦੇ ਮਿਟ ਜਾਂਦੇ ਹੈ। ਇਸ ਪ੍ਰਕਾਰ ਆਸਥਰ ਚੀਤ ਮਰਨ ਮਨ ਮਾਨਿਆ, ਜਿਨ੍ਹਾਂ ਦਾ ਜੀਵਤ ਭਾਵ ਤੋਂ ਮਰਨ 'ਚ ਮਨ ਮੰਨ ਗਿਆ ਉਹ ਚਿੱਤ ਬ੍ਰਹਮ ਸਰੂਪ ਵਿੱਚ ਇਸਤਤ ਹੋ ਗਏ ਹਨ। ਗੁਰ ਕਿਰਪਾ ਤੇ ਨਾਮ ਪਛਾਨਿਆ, ਇਹ ਤਾਂ ਭਾਈ ਸਤਿਗੁਰੂ ਸਾਹਿਬ ਦੀ ਜਿਨ੍ਹਾਂ ਤੇ ਕਿਰਪਾ ਹੋਈ ਹੈ, ਉਹਨਾਂ ਨੇ ਅੰਮ੍ਰਿਤ ਨਾਮ ਨੂੰ ਪਛਾਣਿਆ ਹੈ। ਇਉਂ ਜੀਵਤ ਭਾਵ ਤੋਂ ਮਰੇ ਹੈ ਤੇ ਇਸਤਤ ਹੋ ਗਏ ਉਹ ਚਿੱਤ ਬ੍ਰਹਮ ਸਰੂਪ ਵਿੱਚ। ਗਗਨ ਗੰਭੀਰ ਗਗਨੰਤਰ ਵਾਸ, ਉਹ ਪਰਮੇਸ਼ਰ ਸਾਧ ਸੰਗਤ ਜੀ ਗਗਨ ਆਕਾਸ਼ ਆਦਿਕਾਂ ਦੇ ਵਿੱਚ ਵੀ, ਗਗਨ ਅੰਤਰ ਆਕਾਸ਼ ਆਦਿਕਾਂ ਦੇ ਵਿੱਚ ਵੀ ਹੈ, ਪਰ ਆਕਾਸ਼ ਆਦਿਕਾਂ ਤੋਂ ਵੀ ਗੰਭੀਰ ਡੂੰਘਾ ਹੈ। ਉਹ ਪਤਾਲਾਂ ਦਾ ਪਤਾਲ ਰੂਪ ਹੈ, ਆਕਾਸ਼ਾਂ ਦਾ ਆਕਾਸ਼ ਰੂਪ ਹੈ। ਗਗਨ ਅੰਤਰ ਵਾਸ, ਗਗਨ ਆਦਿਕ ਜੋ ਤੱਤ ਹੈ ਇਹਨਾਂ ਦੇ ਅੰਦਰ ਵੀ ਵਸਦਾ ਹੈ ਤੇ ਗਗਨ ਉਹ ਚਿਦਾਕਾਸ਼ ਸਾਰਿਆਂ ਤੋਂ ਗੰਭੀਰ ਹੈ। ਨਾ ਆਕਾਸ਼ ਕਰਕੇ ਜਾਣਿਆ ਜਾਂਦਾ, ਨਾ ਪੌਣ ਪਾਣੀ ਅਗਨੀ ਧਰਤੀ ਆਦਿਕਾਂ ਕਰਕੇ ਜਾਣਿਆ ਨਹੀਂ ਜਾਂਦਾ ਹੈ। ਸਾਰਿਆਂ ਨੂੰ ਤੱਤਾਂ ਦੇ ਅੰਦਰ ਉਸ ਪਰਮੇਸ਼ਰ ਦਾ ਹੀ ਵਾਸ ਹੈ। ਪਰ ਉਹ ਆਕਾਸ਼ ਦੀ ਨਿਆਈ ਬੜਾ ਗੰਭੀਰਤਾ ਵਾਲਾ ਹੈ ਅਤੇ ਡੂੰਘੇ ਤੋਂ ਡੂੰਘਾ ਹੈ। ਜਿਵੇਂ ਆਕਾਸ਼ ਵਿੱਚ ਹੀ ਚਾਰੇ ਤੱਤ ਹਨ, ਇਉਂ ਉਹਦੇ ਵਿੱਚ ਹੀ ਸਾਰੇ ਸਾਧ ਸੰਗਤ ਜੀ ਤੱਤ ਆਦਿਕ ਹਨਗੇ। ਉਹ ਗਗਨ ਚਿਦਾਕਾਸ਼ ਹੈ ਪਰਮੇਸ਼ਰ, ਗੰਭੀਰ
ਡੂੰਘੇ ਤੋਂ ਡੂੰਘਾ ਹੈ ਅਤੇ ਗੁਪਤ ਤੋਂ ਗੁਪਤ ਹੈ, ਤੇ ਗਗਨੰਤਰ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਉਸ ਦਾ ਵਾਸਾ ਹੋ ਜਾਂਦਾ ਹੈ। 10ਵੇਂ ਦੁਆਰ 'ਚ ਵੀ ਉਸੇ ਪਰਮੇਸ਼ਰ ਦਾ ਵਾਸਾ ਹੈ, ਗਗਨ ਹਿਰਦਿਆਂ ਦੇ ਅੰਦਰ ਵੀ ਉਸੇ ਪਰਮੇਸ਼ਰ ਦਾ ਵਾਸਾ ਹੈ, ਤੱਤਾਂ ਆਕਾਸ਼ ਆਦਿਕਾਂ 'ਚ ਵੀ ਉਸ ਪਰਮੇਸ਼ਰ ਦਾ ਵਾਸਾ ਹੈ। ਗਗਨ ਗੰਭੀਰ, ਗਗਨ ਚਿਰਾਕਾਸ਼ ਨੂੰ ਪਾ ਕੇ ਗੰਭੀਰਤਾ ਵਾਲੇ ਡੂੰਘੇ ਹੋ ਗਏ, ਜਿਨ੍ਹਾਂ ਦੇ ਗਗਨ ਹਿਰਦੇ ਰੂਪੀ ਆਕਾਸ਼ 'ਚ ਪਰਮੇਸ਼ਰ ਦਾ ਵਾਸ ਹੋਇਆ ਹੈ। ਵਾਸਾ ਕਿਹਨਾਂ ਦੇ ਅੰਦਰ ਹੈ? ਗੁਣ ਗਾਵੇ ਸੁਖ ਸਹਿਜ ਨਿਵਾਸ। ਜੋ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦੇ ਆ ਹਰ ਵਕਤ, ਸਹਿਜ ਸ਼ਾਂਤ ਚਿੱਤ ਰੱਖਦੇ ਆ, ਉਹਨਾਂ ਦਾ ਸੁਖ ਸਰੂਪ ਵਿੱਚ ਸਹਿਜੇ ਨਿਵਾਸ ਹੋ ਜਾਂਦਾ, ਵਾਸ਼ਨਾ ਤੋਂ ਰਹਿਤ ਹੋ ਕੇ। ਗਿਆ ਨਾ ਆਵੇ ਆਈ ਨਾ ਜਾਏ। ਸਾਧ ਸੰਗਤ ਜੀ, ਜਿਨ੍ਹਾਂ ਦਾ ਅਗਿਆਨ ਚਲਿਆ ਗਿਆ ਉਹ ਮੁੜ ਕੇ ਨਹੀਂ ਫੇਰ ਆਉਂਦਾ। ਨਸ਼ਟ ਭਈ ਉਪਜੇ ਨਹੀਂ ਬਹੁਰ ਅਵਿਦਿਆ ਵੀਰ। ਜਿਵੇਂ ਰਾਮਚੰਦਰ ਜੀ ਨੇ ਲక్ష్మణ ਨੂੰ ਰਾਮ ਗੀਤਾ 'ਚ ਉਪਦੇਸ਼ ਦਿੰਦਿਆਂ ਕਿਹਾ, ਅਧਿਆਤਮ ਰਮਾਇਣ 'ਚ ਆਉਂਦਾ ਹੈ ਕਿ ਹੇ ਵੀਰ ਲక్ష్మణ, ਜਿਹੜੀ ਅਵਿਦਿਆ ਇੱਕ ਵਾਰੀ ਨਾਸ ਹੋ ਗਈ ਫੇਰ ਨਹੀਂ ਪੈਦਾ ਹੁੰਦੀ। ਜਿਹੜੇ ਬਿਸ ਨੂੰ ਜੜ੍ਹਾਂ ਤੋਂ ਪੱਟ ਦਈਏ ਫੇਰ ਨਹੀਂ ਉਹਦੀਆਂ ਡਾਹਣੀਆਂ ਤੇ ਪੱਤਰ ਤੇ ਛਾਂ ਰਹਿੰਦੀ। ਇਸੇ ਪ੍ਰਕਾਰ ਗਿਆ ਨਾ ਆਵੇ ਆਈ ਨਾ ਜਾਏ। ਜਿਹੜਾ ਅਗਿਆਨ ਹੈ ਪੁਰਖਾਂ ਦੇ ਹਿਰਦਿਆਂ, ਜਿਨ੍ਹਾਂ ਦੇ ਦਿਲ ਚੋਂ ਗੁਰਾਂ ਦੀ ਕਿਰਪਾ ਕਰਕੇ ਚਲਿਆ ਗਿਆ, ਉਹ ਗਿਆ ਨਾ ਆਵੇ, ਉਹ ਫੇਰ ਗਿਆ ਹੋਇਆ ਆਉਂਦਾ ਨਹੀਂ ਫੇਰ ਮੁੜ ਕੇ। ਆਏ ਨਾ ਜਾਏ। ਉਦੋਂ ਆਇਆ ਹੀ ਨਹੀਂ ਜਾਂਦਾ ਗਿਆਨ ਸਰੂਪ ਦੇ ਵਿੱਚ, ਤੇ ਜਿਹੜਾ ਆਇਆ ਹੋਇਆ ਗਿਆਨ ਹੈ ਉਹ ਜਾਂਦਾ ਨਹੀਂ। ਇਸ ਤੋਂ ਰਹਿੰਦਾ ਹੈ ਹਰ ਵਕਤ ਅਪਰੋਹ ਗਿਆਨ ਦੇ ਸਹਿਤ ਹੋ ਰਹਿੰਦੇ ਹੈ, ਕਦੇ ਗਿਆਨ ਸਿਸਲ ਨਹੀਂ ਪੈਂਦਾ। ਐਸਾ ਜੀਵ ਮੁਕਤ ਦਾ ਆਨੰਦ ਮਾਣਦੇ ਲਿਵ ਲਾ ਕੇ। ਇਸੇ ਪ੍ਰਕਾਰ ਗਿਆ ਨਾ ਆਵੇ ਆਏ ਨਾ ਜਾਏ। ਗਿਆ ਜਿਨ੍ਹਾਂ ਦਾ ਗਿਆਨ ਚਲਿਆ ਗਿਆ ਹੈ, ਨਾ ਆਵੇ, ਉਹ ਮੁੜ ਕੇ ਆਉਂਦਾ ਨਹੀਂ ਅੱਗੇ। ਆਏ ਨਾ ਜਾਏ। ਅਤੇ ਉਹ ਫਿਰ ਆਉਂਦੇ ਜਾਂਦੇ ਜੰਮਦੇ ਮਰਦੇ ਵੀ ਨਹੀਂ, ਜੰਮਣ ਮਰਨ ਤੋਂ ਵੀ ਰਹਿਤ ਹੋ ਜਾਂਦੇ ਹਨ। ਗੁਰ ਪ੍ਰਸਾਦ ਰਹਿ ਲਿਵ ਲਾਏ। ਸਤਿਗੁਰਾਂ ਦੀ ਕਿਰਪਾ ਕਰਕੇ ਪਰਮੇਸ਼ਰ 'ਚ ਲਿਵ ਬਿਰਤੀ ਨੂੰ ਲਾ ਕੇ ਇਸਤਤ ਹੋ ਕੇ ਰਹਿੰਦੇ ਆ, ਹਰ ਵਕਤ ਚੱਲ ਹੋ ਕੇ ਜੁੜੇ ਰਹਿੰਦੇ ਹਨ। ਗਗਨ ਅਗੰਮ ਅਨਾਥ ਅਜੂਨੀ। ਉਹ ਗਗਨ ਆਕਾਸ਼ ਆਦਿਕਾਂ ਕਰਕੇ ਵੀ ਅਗੰਮ ਹੈ, ਅਤੇ ਅਨਾਥ ਉਹਦਾ ਕੋਈ ਸਵਾਮੀ ਨਹੀਂ ਹੈ, ਅਤੇ ਉਹਦਾ ਕੋਈ ਮਾਤਾ ਪਿਤਾ ਨਹੀਂ, ਅਜਨਮਾ ਸਰੂਪ ਹੈ ਪਰਮੇਸ਼ਰ। ਗਗਨ ਜੋ ਚਿਰਾਕਾਸ਼ ਹੈ ਉਹ ਅਗੰਮ ਹੈ, ਮਨ ਆਦਿਕਾਂ ਦਾ ਵਿਸ਼ਾ ਨਹੀਂ ਹੈ, ਅਤੇ ਅਨਾਥ ਉਹਦਾ ਸਵਾਮੀ ਕੋਈ ਨਹੀਂ, ਅਜੂਨੀ ਅਜਨਮਾ ਸਰੂਪ ਬ੍ਰਹਮ ਹੈ। ਗਗਨ ਆਦਿਕ ਤੱਤਾਂ ਕਰਕੇ ਵੀ ਅਗੰਮ ਹੈ, ਧਰਤੀ ਪੌਣ ਪਾਣੀ ਆਦਿਕਾਂ ਕਰਕੇ ਵੀ, ਅਤੇ ਅਨਾਥ ਸਾਰੇ ਉਸ ਦੇ ਯਤੀਮ ਹਨ, ਤੇ ਉਹ ਆਪ ਅਜਨਮਾ ਸਰੂਪ ਹੈ। ਗਗਨ ਅਗੰਮ ਅਨਾਥ ਅਜੂਨੀ। ਗਗਨ ਚਿਰਾਕਾਸ਼ ਹੈ, ਮਨ ਦੇ ਸੰਕਲਪ ਵਿਕਲਪ ਦਾ ਵਿਸ਼ਾ ਨਹੀਂ, ਅਨਾਥ ਉਹਦਾ ਸਵਾਮੀ ਕੋਈ ਨਹੀਂ, ਸਾਰਿਆਂ ਦਾ ਮਾਲਕ ਉਹ ਹੈ ਤੇ ਅਜਨਮਾ ਸਰੂਪ ਹੈ। ਆਸਰ ਚੀਤ ਸਮਾਦ ਸਗੁਨੀ। ਜਿਹੜਾ ਭਾਈ ਇਸਤਤ ਚਿੱਤ ਰੱਖਣਾ ਨਾ ਉਸ ਵਾਹਿਗੁਰੂ ਵਿੱਚ, ਚਿੱਤ ਨੂੰ ਟਿਕਾ ਕੇ ਰੱਖਣਾ, ਇਹ 100 ਗੁਣੀ ਸਮਾਧ ਹੈ। ਕੋਈ ਲੋਕ ਅੱਖਾਂ ਮੀਚ ਕੇ ਸਮਾਧੀ ਲਾਉਂਦਾ ਹੈ, ਕੋਈ 10ਵੇਂ ਦੁਆਰ 'ਚ ਪ੍ਰਾਣ ਚੜਾ ਕੇ ਸਮਾਧੀ ਲਾਉਂਦਾ ਹੈ, ਅਤੇ ਕੋਈ ਤੇਲ ਧਾਰਾਵਤ ਬਿਰਤੀ ਨੂੰ ਟਿਕਾ ਕੇ ਸਮਾਧੀ ਤਾੜ ਲਾਉਂਦਾ ਹੈ। ਇਹ 100 ਗੁਣੀ ਸਮਾਧ ਹੈ ਜਿਹੜਾ ਚਿੱਤ ਨੂੰ ਅਚਲ ਰੱਖਣਾ ਹਰ ਵਕਤ ਵਾਹਿਗੁਰੂ ਵਿੱਚ। ਇਹਦੇ ਵਰਗੀ ਕੋਈ ਸਮਾਧੀ ਨਹੀਂ ਹੋ ਸਕਦੀ। ਤੇ ਅਸਲ ਚਿੱਤ ਨੂੰ ਇਸਤਤ ਕਰਨਾ ਹੈ ਜਿਹੜਾ, ਇਸ ਪ੍ਰਕਾਰ ਸਰਗੁਣ ਸਰੂਪ ਦੀ ਸਮਾਧੀ ਹੈ। ਤੇ ਸਭ ਸਮਾਧ ਆਸਰ ਚੀਤ ਸਮਾਦ ਸਗੁਨੀ। ਜਿਹੜਾ ਚਿੱਤ ਨੂੰ ਇਸਤਤ ਰਹਿਣਾ, ਇਹ ਸਮਾਧ ਸਗੁਣੀ। ਇਹ ਸਦਗੁਣਾਂ ਵਾਲੀ, ਸ੍ਰੇਸ਼ਟ ਗੁਣਾਂ ਵਾਲੀ, ਸ੍ਰੇਸ਼ਟ ਗੁਣਾਂ ਦੇ ਦੇਣ ਵਾਲੀ ਸਮਾਧ ਹੈ। ਹਰ ਨਾਮ ਚੇਤ ਫਿਰ ਪਵਹਿ ਨਾ ਜੂਨੀ। ਚਿੱਤ ਮਾਰਾ ਕਿਵੇਂ ਚੱਲ ਰੱਖੀਏ? ਸੱਚੇ ਪਾਤਸ਼ਾਹ ਕਹਿੰਦੇ ਪਰਮੇਸ਼ਰ ਦਾ ਨਾਮ ਚੇਤ ਭਾਈ, ਇਸ ਪ੍ਰਕਾਰ ਚਿੱਤ ਚੱਲ ਰਹੇਗਾ, ਫਲ ਕੀ ਹੋਵੇਗਾ? ਫਿਰ ਪਵਹਿ ਨਾ ਜੂਨੀ। ਫਿਰ ਮੁੜ ਕੇ ਜੂਨਾ 'ਚ ਨਹੀਂ ਤੂੰ ਪਵੇਂਗਾ, ਜੂਨਾ ਤੋਂ ਰਹਿਤ ਹੋ ਜਾਏਗਾ, ਮੁਕਤ ਹੋ ਜਾਏਗਾ। ਗੁਰਮਤਿ ਸਾਰ ਹੋਰ ਨਾਮ ਵੀ ਹੋਣੀ। ਇਹ ਹੈ ਗੁਰਮਤਿ ਅਸਲੀ ਸਾਰ ਸਰੂਪ ਦੀ ਪ੍ਰਾਪਤੀ ਵਾਲੀ। ਹੋਰ ਨਾਮ ਤੋਂ ਬਿਨਾਂ ਜਿਹੜੀ ਉਹ ਮਨਮਤ ਹੈ, ਜੋ ਨਾਮ ਦੇ ਵਿੱਚ ਸ੍ਰਿਸ਼ਟੀ ਲੱਗੀ ਹੋਈ ਹੈ, ਉਹ ਤਾਂ ਗੁਰਮਤਿ ਵਿੱਚ ਸਾਰ ਰੂਪ ਦੀ ਪ੍ਰਾਪਤੀ ਹੈ। ਹੋਰ ਜਿਹੜੀ ਗੁਰਮਤਿ ਤੋਂ ਬਗੈਰ ਉਹ ਨਾਮ ਤੋਂ ਬਿਨਾਂ ਹੀ ਭਟਕਦੀ ਫਿਰਦੀ ਹੈ ਸ੍ਰਿਸ਼ਟੀ। ਇਸ ਪ੍ਰਕਾਰ ਦੀ ਹਾਲਤ ਹੈ।
ਹਰ ਨਾਮ ਚੇਤ ਫਿਰ ਪਵਹਿ ਨਾ ਜੂਨੀ ਗੁਰਮਤਿ ਸਾਰ ਹੋਰ ਨਾਮ ਬਿਹੂਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ। ਅੰਤਰਜਾਮੀ ਗਰੀਬ ਨਿਵਾਸ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨਰਮਦਾ ਨਦੀ ਦੇ ਕਿਨਾਰੇ ਉੱਤੇ ਓਂਕਾਰ ਮੰਦਰ ਦੇ ਅੰਦਰ ਅੰਮ੍ਰਿਤ ਰੂਪ ਬਾਣੀ ਓਂਕਾਰ ਸੱਚੇ ਪਾਤਸ਼ਾਹ ਉਚਾਰਨ ਕਰਦੇ ਹਨ। ਗਰੀਬ ਨਿਵਾਸ ਅਟਾਰਸੀ ਤੋਂ ਅੱਗੇ ਆ ਕੇ ਜੰਕਸ਼ਨ ਤੋਂ ਜਿੱਥੋਂ ਦੀ ਗੱਡੀ ਲੰਘਦੀ ਹੈ ਉੱਤੋਂ ਦੀ ਨਰਮਦਾ ਨਦੀ ਦੇ ਉਸ ਤੋਂ ਚੜ੍ਹਦੇ ਵੱਲ ਨੂੰ ਪੂਰਬ ਦੇ ਪਾਸੇ ਗੁਰੂ ਸਾਹਿਬ ਦੀ ਯਾਦਗਾਰ ਗੁਰਦੁਆਰਾ ਸਾਹਿਬ ਬਣਿਆ, ਜਿੱਥੇ ਓਂਕਾਰ ਉਚਾਰਨ ਕੀਤੀ ਹੈ ਸਤਿਗੁਰਾਂ ਨੇ। ਸਤਿਗੁਰੂ ਸੱਚੇ ਪਾਤਸ਼ਾਹ ਪਰਮ ਕਿਰਪਾਲਤਾ ਕਰਕੇ ਇਸ ਪ੍ਰਕਾਰ ਪ੍ਰਕਰਨ ਦੁਆਰਾ ਹੁਣ ਘੱਗੇ ਦੁਆਰਾ ਕਹਿ ਰਹੇ ਹਨ। ਘਰ ਦਰ ਫਿਰ ਥਾਕੀ ਬਹੁ ਤੇਰੇ। ਇਹ ਭਾਈ ਘਰ ਦਰ ਫਿਰ ਥਾਕੀ ਜਿਗਿਆਸੂ ਵੱਲੋਂ ਪ੍ਰਸ਼ਨ ਹਨ ਕਿ ਹੇ ਸਤਿਗੁਰੂ, ਮੈਂ ਬਹੁਤ ਸਾਰੇ ਘਰਾਂ ਸਰੀਰਾਂ ਵਿੱਚ ਬਹੁਤ ਸਾਰੇ ਇੰਦਰੀਆਂ ਦਰਾਂ ਵਿੱਚ ਫਿਰ ਕੇ ਮੇਰੀ ਬਿਰਤੀ ਜਿਹੜੀ ਥਕਤ ਹੋ ਗਈ ਹੈ, ਕਿਸੇ ਪ੍ਰਕਾਰ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋ ਸਕੀ। ਜਾਤ ਅਸੰਖ ਅੰਤ ਨਹੀਂ ਮੇਰੇ। ਅਤੇ ਘਰ ਸਰੀਰਾਂ ਦੇ ਦਲ ਵਿੱਚ ਫਿਰਦੀ ਹੋਈ 84 ਲੱਖ ਜੂਨ ਵਿੱਚ ਫਿਰਦੀ ਹੋਈ ਬਹੁਤ ਸਾਰੀ ਮੈਂ ਥਕਤ ਹੋ ਰਹੀ ਹੈ ਮੇਰੀ ਜਿਹੜੀ ਬਿਰਤੀ ਹੈ। ਘਰ ਦਰ ਦੇਵੀ ਦੇਵਤਿਆਂ ਦੇ ਘਰ ਦਿਵਾਲੇ ਜਿਹੜੇ ਹਨ, ਦਰਵਾਜ਼ੇ ਉਹਨਾਂ ਦੇ ਬੂਹੇ ਹਨ, ਉਹਨਾਂ ਦੀ ਉਪਾਸਨਾ ਕਰਦੀ ਹੋਈ ਫਿਰ ਕੇ ਥੱਕ ਚੁੱਕੀ ਹੈ। ਇਹ ਸੱਚੇ ਪਾਤਸ਼ਾਹ, ਇਸ ਤਰ੍ਹਾਂ ਅੰਤ ਨਹੀਂ ਆਉਂਦਾ। ਅਨੰਤ ਦੀ ਉਪਾਸਨਾ ਕਰਕੇ ਵਾਰ ਜੂਨਾਂ 'ਚ ਹੀ ਆਉਣਾ ਪਿਆ, ਮੁਕਤ ਨਹੀਂ ਹੋ ਸਕੀ। ਘਰ ਜੋ ਸ਼ਾਸਤਰ ਹਨ, ਸਾਂਖ ਨਿਆਏ ਪੂਰਵ ਮੀਮਾਂਸਾ ਪਤੰਜਲ ਵਸੇਖਕ ਵਿਦਾਂਤ ਆਦਿਕ, ਇਹਨਾਂ ਘਰ ਸ਼ਾਸਤਰਾਂ ਦੇ ਦਰਾਂ ਦੇ ਵਿੱਚ ਢੂੰਡਦੀ ਹੋਈ ਫਿਰ ਕੇ ਬਹੁਤ ਸਾਰੀ ਬਿਰਤੀ ਥਕਤ ਹੋ ਚੁੱਕੀ ਹੈ। ਕੋਈ ਅਨੀਸ਼ਰਵਾਦੀ ਹਨ, ਕੋਈ ਇੱਕ ਦੇਸ਼ ਈਸ਼ਰ ਨੂੰ ਦੱਸਦੇ ਹਨ, ਕੋਈ ਕਾਲਵਾਦੀ ਹਨ, ਕੋਈ ਕਰਮਵਾਦੀ ਹਨ, ਅਤੇ ਕੋਈ ਚਿੱਤ ਦੀ ਬਿਰਤੀ ਅਨੁਰੋਧ ਨੂੰ ਕਥਨ ਕਰਦੇ ਹੈ, ਕੋਈ ਕੇਵਲ ਸੁੱਕੇ ਗਿਆਨ ਨੂੰ ਕਥਨ ਕਰਦੇ ਹੈ। ਇਉਂ ਸੱਚੇ ਪਾਤਸ਼ਾਹ ਸ਼ਾਸਨਾਂ ਦੇ ਦਰ ਵਿੱਚ ਢੂੰਡਦੀ ਹੋਈ ਫਿਰਦੀ ਬਹੁਤ ਸਾਰੀ ਥਕਤ ਹੋ ਗਈ ਹੈ ਬਿਰਤੀ ਮੇਰੀ। ਜਾਤ ਅਸੰਖ ਅੰਤ ਨਹੀਂ ਮੇਰੇ। ਇਹ ਅੰਤਰਜਾਮੀ ਜੂਨਾ ਰੂਪੀ ਘਰਾਂ ਦਰਾਂ 'ਚ ਵੀ ਫਿਰਦੀ ਬਹੁਤ ਤੇਰੇ ਥੱਕ ਚੁੱਕੀ ਹੈ ਜੂਨਾਂ 'ਚ ਭਰਨ ਦੀ ਹੋਈ। ਸੱਚੇ ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਕਾ ਜ਼ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵੇ ਬਿਰਖ ਜੋਇਓ। ਇਸ ਪ੍ਰਕਾਰ ਸੱਚੇ ਪਾਤਸ਼ਾਹ ਜੀ ਜਾਤ ਅਸੰਖ ਅੰਤ ਨਹੀਂ ਮੇਰੇ। ਉਹ ਜਾਤਾਂ ਵੀ ਅਸੰਖ ਅਣਗਿਣਤ ਹਨ। ਇੰਨੀਆਂ ਜਾਤਾਂ ਧਾਰਨ ਕੀਤੀਆਂ ਹਨ 84 ਲੱਖ ਜੂਨ ਦੇ ਵਿੱਚ। ਸੱਚੇ ਪਾਤਸ਼ਾਹ ਜੀ ਉਹ ਅੰਤ ਨਹੀਂ ਪਾਇਆ ਜਾ ਸਕਦਾ। 20 ਲੱਖ ਅਸਥਾਵਰ ਜਾਨੋ, 30 ਲੱਖ ਇਸ ਪ੍ਰਕਾਰ 9 ਲੱਖ ਜਲਚਰ ਸਭ ਮਾਨੋ, 11 ਲੱਖ ਕੂਰਮ ਕੋਈ ਗਾਏ, ਪੰਖੀ ਗਣ 10 ਲੱਖ ਬਤਾਏ, ਤੇ 30 ਲੱਖ ਪਹਿਚਾਨੋ ਭਾਈ, 4 ਲੱਖ ਬਾਨਰ ਦੁਖਦਾਈ, ਜਬ 84 ਜੇ ਕਟ ਆਵੈ ਤਬ ਮਨ ਕੇ ਤਨ ਕੋ ਪਾਵੈ। ਇਸ ਪ੍ਰਕਾਰ ਉਹਨਾਂ ਜਾਤਾਂ ਦਾ ਇੱਕ ਦੇਸ਼ ਦੀਆਂ ਜਿਵੇਂ ਉਤਪਜ ਖਾਣੀ ਦੀਆਂ ਜਾਤਾਂ ਦਾ ਨਹੀਂ, ਅੰਡੇ ਜਾਤੀਆਂ ਦਾ ਨਹੀਂ ਪਤਾ, ਜੇਰ ਦੀ ਸੇਤ ਜਾਦਕ ਇਹਨਾਂ 'ਚ ਜਾਤ ਉਤਪੰਨ ਹੋਇਆ। ਸੱਚੇ ਪਾਤਸ਼ਾਹ ਗਿਣਤਾਂ ਵਿੱਚ ਮੇਰੇ ਜਨਮਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ ਹੈ। ਕੀਤੇ ਮਾਤ ਪਿਤਾ ਸੁਤ ਧੀਆ। ਕਈਆਂ ਦੇ ਸਾਡੀਆਂ ਮਾਤਾ ਹੋਈਆਂ, ਕਈ ਸਾਡੇ ਪਿਤਾ ਹੋਏ ਸਾਰਿਆਂ ਜਨਮਾਂ ਵਿੱਚ, ਕਿਤਨੇ ਹੀ ਸਾਡੇ ਪੁੱਤਰ ਹੋਏ, ਕਈ ਸਾਡੀਆਂ ਧੀਆਂ ਹੋਈਆਂ, ਕਈਆਂ ਦੇ ਪੁੱਤਰ ਹੋਏ, ਕਈਆਂ ਦੇ ਧੀਆਂ ਬਣ ਕੇ ਜੰਮੇ। ਕੀਤੇ ਗੁਰ ਚੇਲੇ ਫੁਨ ਹੂਆ। ਕਈ ਗੁਰੂ ਬਣਾਏ, ਕਈਆਂ ਦੇ ਚੇਲੇ ਹੋਏ, ਕਈ ਸਾਡੇ ਚੇਲੇ ਪੜਚੇਲੇ, ਪੋਤੇ ਚੇਲੇ, ਭਤੀਜੇ ਚੇਲੇ ਇਤਿਆਦਿਕ ਬੇਅੰਤ ਹੋਏ। ਕਾਚੇ ਗੁਰ ਤੇ ਮੁਕਤ ਨਾ ਹੋਇਆ। ਹੇ ਮਹਾਰਾਜ, ਕੱਚਿਆਂ ਗੁਰਾਂ ਦੀ ਸੰਗਤ ਕਰਕੇ ਸਾਡਾ 84 ਲੱਖ ਜੂਨ 'ਚ ਆਵਾਗਮਨ 4 ਯੁਗਾਂ 'ਚ ਬਣਿਆ ਰਿਹਾ, ਮੁਕਤ ਨਾ ਸਾਡਾ ਜੀ ਹੋ ਸਕਿਆ, ਮੁਕਤੀ ਤੋਂ ਵਾਂਝੇ ਹੀ ਰਹਿ ਗਏ। ਇਸ ਪ੍ਰਕਾਰ ਮਹਾਰਾਜ ਕੱਚਿਆਂ ਪੁਰਖਾਂ ਦੀ ਸੰਗਤ ਕਰਕੇ ਮੁਕਤ ਨਾ ਹੋ ਸਕੇ। ਕੀਤੀ ਨਾਰ ਵਰ ਏਕ ਸਮਾਲ। ਇਸੇ ਪ੍ਰਕਾਰ ਫਿਰ ਪੜੋ,
ਕੀਤੇ ਮਾਤ ਜਾਤ ਜਾਤ ਅਸੰਖ ਅੰਤ ਨਹੀਂ ਮੇਰੇ। ਉਹ ਸੱਚੇ ਪਾਤਸ਼ਾਹ ਜਾਤ ਬੁੱਧੀਆਂ ਅਣਗਿਣਤ ਧਾਰਨ ਕੀਤੀਆਂ, ਕਦੇ ਭੇਦਵਾਦੀਆਂ ਦੀਆਂ, ਕਦੇ ਚਾਰ ਵਾਕੀਆਂ ਦੀਆਂ, ਅਤੇ ਕਦੇ ਮਹਾਰਾਜ ਜੀ ਅਨੀਸ਼ਰਵਾਦੀਆਂ ਦੀਆਂ। ਇਸ ਪ੍ਰਕਾਰ ਅਨੇਕ ਪ੍ਰਕਾਰ ਦੀਆਂ ਬੁੱਧੀਆਂ ਅਣਗਿਣਤਾਂ ਦੇ ਵਿੱਚ ਪਏ ਫਸੇ ਰਹੇ। ਬੁੱਧੀ ਦੀ ਚਤੁਰਾਈ ਨਾਲੋਂ ਅੰਤ ਨਹੀਂ ਮੇਰੇ ਪਾਸੋਂ ਪਾਏ ਜਾਂਦੇ। ਇਸ ਤਰ੍ਹਾਂ ਦੀ ਹਾਲਤ ਹੋਈ ਭਰਮ ਦੇ ਵਿੱਚ ਭਰਮਣ ਦੀ। ਕੀਤੇ ਮਾਤ ਪਿਤਾ ਸੁਤ ਧੀਆ ਕਿਤਨੇ ਮਾਤਾ ਪਿਤਾ ਤੇ ਪੁੱਤਰ ਧੀਆਂ ਸਾਰੇ ਜਨਮਾਂ 'ਚ ਹੋਏ ਹਨ। ਕੀਤੇ ਗੁਰ ਚੇਲੇ ਫੁਨ ਹੁਆ ਕਈ ਗੁਰੂ ਧਾਰੇ ਹੈ, ਕਈ ਪੁਨ੍ਹਾਂ ਚੇਲੇ ਹੋਏ ਹਨ ਅਨੇਕਾਂ ਜਨਮਾਂ ਵਿੱਚ। ਕਾਚੇ ਗੁਰ ਤੇ ਮੁਕਤ ਨਾ ਹੁਆ ਕੱਚੇ ਜਿਹੜੇ ਧਾਰਨਾ ਤੇ ਹੀਣੇ ਗੁਰੂ ਸੀ, ਆਪ ਨਹੀਂ ਸੀ ਕਮਾਉਂਦੇ, ਸਾਨੂੰ ਉਪਦੇਸ਼ ਦਿੰਦੇ ਸਨ। ਉਹਨਾਂ ਦੀ ਸੰਗਤ ਕਰਕੇ ਮੁਕਤ ਨਾ ਹੋ ਸਕਿਆ। ਜਿਵੇਂ ਸਾਹਿਬ ਛੇਵੇਂ ਪਾਤਸ਼ਾਹ ਜਦੋਂ ਸਾਧ ਸੰਗਤ ਜੀ ਕਲਿਆਸਣੇ ਗਏ ਹਨ, ਉੱਥੇ ਇੱਕ ਸਰਪ ਵਾਲਾ ਭਾਰੀ ਅਜਗਰ ਸੀ ਜਿਹਦੇ ਕੀੜੇ ਪਏ ਹੋਏ ਸੀ, ਫਣ ਮਾਰਦਾ ਤੁਰਿਆ ਆ ਰਿਹਾ ਸੀ। ਭਾਈ ਬਿਧੀ ਚੰਦ ਨੇ ਕਿਹਾ, ਹਜ਼ੂਰ ਜੇ ਆਗਿਆ ਹੋਵੇ ਤਾਂ ਸੱਪ ਨੂੰ ਪਾਸੇ ਕਰ ਦਈਏ। ਮਹਾਰਾਜ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ, ਭਾਈ ਇਹ ਸਾਡੀ ਸ਼ਰਨ ਆਇਆ, ਆ ਜਾਣ ਦਿਓ। ਜਿਸ ਵਕਤ ਆਇਆ, ਹਜ਼ੂਰ ਨੇ ਆਪਣੇ ਚਰਨਾਂ ਦੇ ਅੰਗੂਠਾ ਉਹਦੇ ਉੱਤੇ ਛੁਹਾਇਆ, ਉਹਦਾ ਸਾਰਾ ਸਰੀਰ ਪਾਟ ਗਿਆ। ਪਾਟਣ ਤੋਂ ਉਹਦੇ ਅੰਦਰ ਜਿੰਨੇ ਕੀੜੇ ਸੀ ਕੁਰਬਲ ਕੁਰਬਲ ਕਰਦੇ ਸੀ। ਬਹੁਤ ਕੀੜਿਆਂ ਦਾ ਖਾਧਾ ਪਿਆ ਸੀ, ਛੇਕ ਪਾਏ ਪਏ ਸਨ। ਉਸ ਵੇਲੇ ਗੁਰੂ ਸਾਹਿਬ ਦੇ ਚਰਨ ਛੋਹਣ ਦਾ ਸਦਕਾ ਉਹਦੇ ਸਰੀਰ ਵਿੱਚੋਂ ਸਾਧ ਸੰਗਤ ਜੀ ਇੱਕ ਪ੍ਰਕਾਸ਼ ਵਾਲਾ ਸਰੀਰ ਪੈਦਾ ਹੋਇਆ। ਉਸ ਨੇ ਗੁਰੂ ਸਾਹਿਬ ਜੀ ਦੀ ਉਸਤਤ ਕੀਤੀ। ਤੇ ਮਹਾਰਾਜ ਸਾਹਿਬ ਕਹਿਣ ਲੱਗੇ, ਭਈ ਤੂੰ ਕੌਣ ਹੈ? ਕਹਿਣ ਲੱਗਾ, ਮਹਾਰਾਜ ਮੈਂ ਇਸ ਇਲਾਕੇ ਦਾ ਬੜਾ ਪੰਡਤ ਵਿਦਵਾਨ ਸੀ ਤੇ ਮੇਰੇ ਬਹੁਤ ਸਾਰੇ ਦੇਸ਼ ਦੇ ਲੋਕ ਚੇਲੇ ਬਣ ਗਏ। ਮੈਂ ਉਹਨਾਂ ਦੇ ਤਾਂ ਹੀ ਨਾਮ ਦਾ ਉਪਦੇਸ਼ ਨਾ ਆਪ ਜਪਿਆ, ਨਾ ਉਹਨਾਂ ਨੂੰ ਦਿੱਤਾ। ਮੈਂ ਹੁਣ ਬ੍ਰਹਮਅਸਮੀ ਤੋਂ ਥੱਲੇ ਨਹੀਂ ਸੀ ਉਤਰਦਾ। ਮੈਂ ਕਹਿੰਦਾ ਸੀ ਵੀ ਜਿੰਨੀ ਮਾਇਆ ਸਾਰੀ ਮੈਨੂੰ ਦੇਈ ਜਾਓ ਤੇ ਮੈਂ ਤੁਹਾਡਾ ਜ਼ਿੰਮੇਵਾਰ ਅੰਤ ਨੂੰ ਤੁਹਾਨੂੰ ਛਡਾਵਾਂਗਾ ਜਮਾਂ ਤੋਂ। ਉਹ ਮੈਂ ਆਪ ਨਾ ਮਾਰਾ ਮੁਕਤ ਹੋਇਆ, ਮਾਇਆ ਦਾ ਮੋਹ ਸੀ, ਮੈਂ ਸੱਪ ਬਣਿਆ ਮਾਇਆ ਦੇ ਮੋਹ ਕਰਕੇ। ਤੇ ਫਿਰ ਜਿਹੜੇ ਮੇਰੇ ਚੇਲੇ ਮੈਨੂੰ ਪਦਾਰਥ ਖਵਾਉਂਦੇ ਰਹੇ ਸੀ, ਇਹਨਾਂ ਨੇ ਮੇਰੇ ਪਾਸੋਂ ਫਿਰ ਹਿੱਸਾ ਲੈਣਾ ਹੀ ਸੀ। ਉਹ ਮੇਰੇ ਮਾਸ ਖਾਣ ਵਾਲੇ ਕੀੜੇ ਬਣ ਕੇ ਸੱਚੇ ਪਾਤਸ਼ਾਹ ਪਏ ਮੇਰੀ ਦੇਹ ਦੇ ਵਿੱਚ। ਹੁਣ ਤੁਹਾਡੀ ਨਿਗਾਹ 'ਚ ਸੱਚੇ ਪਾਤਸ਼ਾਹ ਸਤਿਗੁਰੂ ਮੇਰੀ ਪੀਰ ਦੇ ਮਾਲਕ ਮੈਂ ਪੈ ਗਿਆ, ਤੁਸੀਂ ਮੇਰਾ ਉਧਾਰ ਕਰਤਾ ਸੱਚੇ ਪਾਤਸ਼ਾਹ। ਨਹੀਂ ਤਾਂ ਪਤਾ ਨਹੀਂ ਕੀ ਹਾਲਤ ਹੁੰਦਾ। ਇਉਂ ਕੱਚਿਆਂ ਗੁਰਾਂ ਕਰਕੇ ਮੁਕਤ ਨਹੀਂ ਹੋ ਸਕੀ ਸੱਚੇ ਪਾਤਸ਼ਾਹ। ਭਰਮ ਦੇ ਹੀ ਆਏ ਹਾਂ। ਆਪ ਗੁਰੂ ਸੱਚੇ ਹੋ, ਆਪ ਕਲਿਆਣ ਕਰਨ ਵਾਲੇ ਹੋ। ਕੀਤੀ ਨਾਰ ਵਰ ਏਕ ਸਮਾਲ ਕਿਤਨੀਆਂ ਹੀ ਨਾਰ ਇਸਤਰੀਆਂ ਜਿਵੇਂ ਰਾਜੇ ਦੀਆਂ ਰਾਣੀਆਂ ਹੋਣ, ਇਸੇ ਪ੍ਰਕਾਰ ਕਿਤਨੀ ਸ੍ਰਿਸ਼ਟੀ ਦੇ ਅੰਦਰ ਨਾਰਾਂ ਦੀ ਨਿਆਈ। ਜੋ ਸਾਧ ਸੰਗਤ ਜੀ ਪਰਮੇਸ਼ਰ ਦੇ ਜਿਗਿਆਸੂ ਹਨ, ਜੀ ਜੰਤ ਭਗਤ ਹਨ, ਉਹ ਇੱਕੋ ਪੁਰਖ ਸਵਾਈ ਨਾਰ ਸਾਰੇ ਇਸਤਰੀਆਂ ਦੀ ਨਿਆਈ ਹਨ ਤੇ ਇੱਕੋ ਹੀ ਪੂਰਨ ਪਰਮੇਸ਼ਰ ਪਤੀ ਹੈ ਸਾਰਿਆਂ ਦਾ। ਇਸ ਪ੍ਰਕਾਰ ਕੀਤੀ ਨਾਰ ਵਰ ਏਕ ਸਮਾਲ ਕਿਤਨੀਆਂ ਹੀ ਪਰਮੇਸ਼ਰ ਦੀਆਂ ਨਾਰੀਆਂ ਰਾਣੀਆਂ ਦੀ ਨਿਆਈ ਮਹਾਤਮਾ ਤਤਵੇਤੇ ਹਨ। ਸਾਰਿਆਂ ਦਾ ਵਰ ਪਤੀ ਇੱਕ ਪਰਮੇਸ਼ਰ ਹੈ। ਹੇ ਭਾਈ ਉਸ ਨੂੰ ਸੰਭਾਲਣਾ ਕਰੋ ਗੁਰਮਤਿ ਦੁਆਰਾ। ਗੁਰਮੁਖ ਮਰਨ ਜੀਵਨ ਪ੍ਰਭ ਨਾਲ ਗੁਰਮੁਖੋ ਜਿੰਨਾ ਚਿਰ ਜਿਉਨੇ ਮਰਨ ਤੱਕ ਵਾਹਿਗੁਰੂ ਦੇ ਸਿਮਰਨ ਦੇ ਨਾਲ ਹੀ ਜੁੜੇ ਰਹੋ ਹਰ ਵਕਤ। ਕਦੇ ਵੀ ਸੱਚੇ ਪਾਤਸ਼ਾਹ ਨੂੰ ਵਿਸਾਰੋ ਨਾ। ਇਉਂ ਗੁਰਮੁਖ ਜਿਹੜੇ ਆ ਜੀਵਤ ਭਾਵ ਤੋਂ ਮਰ ਕੇ ਵਾਹਿਗੁਰੂ ਦੇ ਨਾਲ ਮਿਲ ਜਾਂਦੇ ਹੈ, ਅਭੇਦ ਹੋ ਜਾਂਦੇ ਜਿਵੇਂ ਜਲ ਜਲ ਮਿਲ ਜਾਂਦਾ ਹੈ। ਗੁਰਮੁਖ ਮਰਨ ਜੀਵਨ ਪ੍ਰਭ ਨਾਲ। ਗੁਰਮੁਖਾਂ ਦੇ ਸਰੀਰ ਛੱਡਣ ਵੇਲੇ ਵੀ ਮਹਾਰਾਜ ਦੇ ਨਾਲ ਹੈ। ਜਿੰਨਾ ਚਿਰ ਜਿਉਂਦੇ ਰਹਿੰਦੇ ਉਹਨਾਂ ਚਿਰ ਵੀ ਲਿਵ ਲਾ ਕੇ ਮਹਾਰਾਜ ਦੇ ਨਾਲ ਹੀ ਮਿਲੇ ਰਹਿੰਦੇ ਹਨ। ਇਸ ਪ੍ਰਕਾਰ ਗੁਰਮੁਖਾਂ ਨੂੰ ਸੰਸਾਰ ਵੱਲੋਂ ਮਰ ਕਰਕੇ ਪ੍ਰਭੂ ਦੇ ਨਾਲ ਮਿਲ ਕੇ ਜੀਵਨ ਚੇਤਨ ਸਰੂਪ ਨੂੰ ਪਾ ਲਿਆ ਹੈ। ਤਹਿ ਦਿਸ ਢੂੰਡ ਘਰੈ ਮਹਿ ਪਾਇਆ ਦਸੋ ਦਿਸ਼ਾ ਦੇ ਵਿੱਚ ਭਾਲਦੇ ਆਏ। ਕਦੇ ਮਧੂਬਨ, ਕਦੇ ਬਿੰਦਰਾਵਨ ਆਦਿਕ, ਕਦੇ ਬੈਜਨਾਥ, ਕਦੇ ਬਦਰੀ ਨਾਰਾਇਣ ਆਦਿਕਾਂ ਦੇ ਵਿੱਚ, ਕਦੇ ਕਿਸੇ ਇਲਾਕੇ 'ਚ, ਕਦੇ ਕਿਸੇ ਇਲਾਕੇ 'ਚ ਭਾਲਦੇ ਫਿਰਦੇ ਰਹੇ। ਪਰ ਜਿਸ ਵਕਤ ਦਸੋ ਦਿਸ਼ਾ ਦੇ ਪਦਾਰਥਾਂ ਦੀ ਢੂੰਡ 'ਚ ਲੱਗੇ ਹੋਏ, ਜਦੋਂ ਘਰਾਂ ਮੈਂ ਆਇਆ, ਸਾਧ ਸੰਗਤ ਰੂਪੀ ਘਰ 'ਚ ਆਇਆ, ਘਰੈ ਮਹਿ ਪਾਇਆ ਉਸ ਵੇਲੇ ਘਰ ਸਾਧ ਸੰਗਤ ਵਿੱਚੋਂ ਪਰਮੇਸ਼ਰ ਪਾ ਲਿਆ ਹੈ। ਦਸੋ ਦਿਸ਼ਾ ਦੇ ਪਦਾਰਥਾਂ ਨੂੰ ਢੂੰਡਦੇ ਫਿਰਦੇ ਰਹਿੰਦੇ ਸੀ ਕਿ ਪਰਮੇਸ਼ਰ ਕਿਤੋਂ ਪ੍ਰਾਪਤ ਹੋ ਜੇ। ਪਰ ਘਰ ਜਦੋਂ ਅੰਤਰਮੁਖ ਬਿਰਤੀ ਹੋਈ, ਬ੍ਰਹਮਾਕਾਰ ਬਿਰਤੀ ਹੋਈ, ਉਸ ਵੇਲੇ ਘਰ ਅੰਤःਕਰਨ ਦੇ ਅੰਦਰੋਂ ਅੰਤਰਮੁਖ ਹੋ ਕੇ ਬ੍ਰਹਮਾਕਾਰ ਬਿਰਤੀ ਦੁਆਰਾ
ਪਾਰ ਬ੍ਰਹਮ ਪਰਮੇਸ਼ਰ ਨੂੰ ਪਾ ਲਿਆ ਹੈ। ਮੇਲ ਭਇਆ ਸਤਿਗੁਰੂ ਮਿਲਾਇਆ। ਅੱਗੇ ਦਸੋ ਦਿਸ਼ਾ ਦੇ ਭੇਖਾਂ ਨੂੰ ਭਾਲਦੇ ਰਹੇ। ਘਰ ਸੁਖ ਸੰਗਤ ਦੇ ਜਦੋਂ ਮਿਲੇ, ਘਰ ਗ੍ਰਸਤ ਵਿੱਚ ਰਹਿੰਦਿਆਂ ਹੋਇਆਂ ਹੀ ਪਰਮੇਸ਼ਰ ਦੀ ਪ੍ਰਾਪਤੀ ਕਰ ਲਈ ਹੈ। ਦੈਵਸ ਢੂੰਡ ਦਸੋ ਦਿਸ਼ਾ ਦੇ ਵਿੱਚ ਖੋਜ ਚੜੇ ਰਹੇ, ਭਾਲਦੇ ਰਹੇ, ਕਿਤੋਂ ਵੀ ਸਰੂਪ ਦੀ ਪ੍ਰਾਪਤੀ ਨਾ ਹੋਈ। ਤੇ ਜਿਸ ਵਕਤ ਘਰ ਅੰਤਰਮੁਖ ਬਿਰਤੀ ਹੋਈ ਸਾਧ ਸੰਗਤ ਜੀ, ਉਸ ਵੇਲੇ ਘਰ ਤੁਰਿਆ ਪਦ ਰੂਪੀ ਘਰ ਦੇ ਵਿੱਚੋਂ ਉਸ ਰੂਪ ਨੂੰ ਪਾ ਲਿਆ ਹੈ। ਮੇਲ ਭਇਆ ਸਤਿਗੁਰੂ ਮਿਲਾਇਆ। ਮੇਲ ਪਰਮੇਸ਼ਰ ਦਾ ਹੋਇਆ ਹੈ। ਸਾਨੂੰ ਸਤਿਗੁਰੂ ਸਾਹਿਬ ਜੀ ਨੇ ਮੇਲ ਦਿੱਤਾ। ਕਿਰਪਾ ਕਰਕੇ ਗੁਰੂ ਅਕਾਲ ਪੁਰਖ ਨੇ, ਅਕਾਲ ਮੂਰਤ ਗੁਰਦੇਵ ਨੇ ਕਿਰਪਾ ਕਰਕੇ ਮਿਲਾਇਆ ਹੈ। ਇਸ ਪ੍ਰਕਾਰ ਵਾਹਿਗੁਰੂ ਦੇ ਸਰੂਪ ਵਿੱਚ ਮੇਲ ਹੋਇਆ ਹੈ। ਜਿਨ੍ਹਾਂ ਦਾ ਸਤਿਗੁਰਾਂ ਨੇ ਮਿਲਾਇਆ ਹੈ ਮੇਲ, ਉਹਨਾਂ ਪ੍ਰਾਣੀਆਂ ਦਾ ਵਿਛੜਿਆ ਹੋਇਆਂ ਦਾ ਨਾਮ ਨਾਲ ਮੇਲ ਹੋਇਆ ਹੈ। ਜਿਨ੍ਹਾਂ ਦਾ ਪਰਮੇਸ਼ਰ ਦੇ ਨਾਮ ਨਾਲ ਮੇਲ ਹੋਇਆ ਹੈ, ਉਹਨਾਂ ਨੂੰ ਸਤਿਗੁਰੂ ਮਹਾਰਾਜ ਸਾਨੂੰ ਵਾਹਿਗੁਰੂ ਸਰੂਪ ਵਿੱਚ ਮਿਲਾ ਦਿੱਤਾ ਹੈ। ਗੁਰਮੁਖ ਗਾਵੇ ਗੁਰਮੁਖ ਬੋਲੇ। ਜੋ ਗੁਰਮੁਖ ਹੋਣਗੇ ਉਹ ਮਹਾਰਾਜ ਸਾਹਿਬ ਦੇ ਜਾਂ ਤਾਂ ਕੀਰਤਨ ਨੂੰ ਗੁਣ ਚ ਗਾਉਂਦੇ ਰਹਿੰਦੇ ਹੈ, ਤੇ ਜਾਂ ਜੇ ਸੁਤੇ ਵੀ ਬੋਲਦੇ ਆ ਗੁਰਮੁਖ ਮਹਾਰਾਜ ਦੇ ਜਸ ਨੂੰ ਵੀ ਬੋਲਦੇ ਰਹਿੰਦੇ ਹੈ। ਗੁਰਮੁਖ ਤੂਲ ਤੁਲਾਵੇ ਤੂਲ। ਗੁਰਮੁਖਾਂ ਦਾ ਕਰਤੱਵ ਹੈ ਗੁਰਮੁਖ ਤੋਲ ਵਿਚਾਰ ਦੁਆਰਾ ਵੀ ਪਰਮੇਸ਼ਰ ਦੀ ਵਿਚਾਰ ਕਰਦੇ ਰਹਿੰਦੇ ਹੈ, ਅਤੇ ਤੁਲਾਵਾ ਆਪਣੇ ਆਪ ਨੂੰ ਸੱਚੇ ਆਨੰਦ ਸਰੂਪ ਜੋ ਆਪਣੀ ਸੱਤਾ ਹੈ ਉਸ ਨੂੰ ਤੁਲਾ ਕੇ ਦੇਹ ਦੀ ਹੰਗਤਾ ਨੂੰ ਮੇਟ ਕਰਕੇ ਇਉਂ ਵਿਚਾਰ ਰੂਪੀ ਵੱਟੇ ਪਾ ਕੇ ਅਤੇ ਆਤਮ ਵਿਚਾਰ ਰੂਪੀ ਵੱਟੇ ਪਾ ਕੇ ਤੁਲਾਉਂਦੇ ਹਨ। ਹਉਮੈ ਕੋਈ ਨਾ ਆਖੇ ਘੱਟ ਹਉਮੈ ਜਾਈ ਹੈ। ਜਦੋਂ ਹਉਮੈ ਚਲੀ ਜਾਂਦੀ ਹੈ ਫਿਰ ਸੱਚ ਆਨੰਦ ਰੂਪ ਉਹੀ ਹੈ ਵਿਚਾਰ ਕੇ ਇਉਂ ਵਿਚਰਾਉਂਦੇ ਆ ਗੁਰਮੁਖੋ। ਤੋਲ ਮਹਾਵਾਕ ਰੂਪੀ ਵੱਟਾ ਪਾ ਕੇ ਜੋ ਤੁਲਾਉਂਦੇ ਹਨ। ਅਵਿਦਿਆ ਤੇ ਮਾਇਆ ਕਰਕੇ ਜੋ ਅਲਪਗਤਾ ਸਰਵਗਤਾ ਈਸ਼ਰ ਜੀਵ ਦੀ ਪ੍ਰਤੀਤ ਹੈ, ਇਸ ਨੂੰ ਤੋਲਦੇ ਆ ਮੇਟ ਕਰਕੇ। ਵਾਚ ਅਰਥ ਦਾ ਤਿਆਗ ਕਰਕੇ ਲੱਖ ਅਰਥ ਵਿੱਚ ਤੋਲੇ ਹੋਏ ਵਿਚਾਰ ਵਿੱਚ ਇੱਕੋ ਹੀ ਰੂਪ ਹੋ ਜਾਂਦੇ ਹਨ ਜਦੋਂ ਵਿਚਰਾਉਂਦੇ ਹਨ। ਇਸੇ ਪ੍ਰਕਾਰ ਫੇਰ ਪੜੋ। ਗੁਰਮੁਖ ਤੂਲ ਗੁਰਮੁਖ ਗਾਵੇ ਗੁਰਮੁਖ ਬੋਲੇ। ਗੁਰਮੁਖ ਸਤਿਗੁਰੂ ਜੋ ਮੁਖੀ ਹਨ, ਬ੍ਰਹਮ ਸੁਰਤੀ ਬ੍ਰਹਮ ਨੇਸ਼ਟੀ, ਉਹ ਸਿੱਖ ਦੇ ਤਾਂ ਹੀ ਉਪਦੇਸ਼ ਗਾਉਂਦੇ ਹਨ। ਤੇ ਉਹਨਾਂ ਦਾ ਗਾਇਆ ਉਪਦੇਸ਼ ਗੁਰਮੁਖ ਜਿਹੜੇ ਅਧਿਕਾਰੀ ਹਨ ਉਹ ਬੋਲੇ ਅਭਿਆਸ ਕਰਦੇ, ਉਚਾਰਨ ਕਰਦੇ ਹਨ। ਗੁਰਮੁਖ ਤੂਲ ਤੁਲਾਵੇ ਤੂਲ। ਗੁਰਮੁਖ ਜੋ ਤਤਵੇਤੇ ਹੈ, ਮੁਖੀ ਗੁਰਾਂ ਨਾਲ ਮਿਲ ਕੇ ਚੇਤਨ ਸਰੂਪ ਹੋ ਕੇ ਤੋਲ ਆਪਦੇ ਵਿਚਾਰ ਸਰੂਪ ਨੂੰ ਸੱਚੇ ਆਨੰਦ ਨੂੰ ਵਿਚਾਰਦੇ ਹਨ। ਹੋਰਨਾਂ ਨੂੰ ਉਸ ਤੋਲ ਪ੍ਰਮਾਣ ਵਿੱਚ ਤੋਲਾ ਤੋਲ ਦਿੰਦੇ ਹਨ, ਏਕਤਾ ਕਰ ਦਿੰਦੇ ਹਨ। ਸਵੈ ਅਨੁਭਵ ਪ੍ਰਮਾਣ ਹੈ ਉੱਥੇ, ਹੋਰ ਨਹੀਂ ਕੋਈ। ਜਿਹੜੇ ਖੱਡ ਪ੍ਰਮਾਣ ਹੈ ਵਿਧੀ ਪੱਖ ਦੁਆਰਾ ਤਾਂ ਮੰਨੇ ਜਾਂਦੇ ਹਨ, ਤੇ ਨਿਖੇਧ ਪੱਖ ਦੁਆਰਾ ਕੋਈ ਪ੍ਰਮਾਣ ਨਹੀਂ, ਸਵੈ ਅਨੁਭਵ ਪ੍ਰਮਾਣ ਹੈ। ਗੁਰਮੁਖ ਆਵੇ ਜਾਏ ਨਿਸੰਗ। ਗੁਰਮੁਖ ਜਿਹੜੇ ਹਨ ਆਉਣਾ ਹੈ ਜਿਹੜਾ ਜਨਮ ਧਾਰ ਕੇ, ਤੇ ਜਿਹੜਾ ਜਾਣਾ ਹੈ ਇਹਦੀ ਸ਼ੰਕਾ ਤੋਂ ਰਹਿਤ ਹੋ ਗਏ। ਗੁਰਮੁਖ ਜੰਮਣ ਜਨਮ ਮਰਨ ਦੋਹੂ ਮੈਂ ਨਾਹੀ, ਜਨ ਪਰਉਪਕਾਰੀ ਆਏ। ਉਹਨਾਂ ਨੂੰ ਆਉਣ ਦੀ ਸ਼ੰਕਾ ਨਹੀਂ ਕਿ ਅਸੀਂ ਗਰਭ ਵਿੱਚ ਫੇਰ ਆਵਾਂਗੇ ਤੇ ਮਰ ਕੇ ਕਾਲ ਦੇ ਮੂੰਹ 'ਚ ਜਾਵਾਂਗੇ, ਇਹ ਸ਼ੰਕਾ ਨਹੀਂ ਰਹੀ। ਸ਼ੰਕਾ ਤੋਂ ਰਹਿਤ ਹੋ ਗਏ ਹਨ ਗੁਰਮੁਖ। ਗੁਰਮੁਖ ਆਵੇ ਜਾਏ ਨਿਸੰਗ। ਗੁਰਮੁਖ ਜਿਹੜੇ ਹਨ ਆਉਣ ਜਾਣ ਜੰਮਣ ਮਰਨ ਤੋਂ ਨਿਸੰਕ ਹੋ ਗਏ ਹੈ। न कोई जन्म न कुछ मरै, आत्म चलता आप ही करे, ऐसी अवस्था उन्होंने प्राप्त हो गई है। गुरमुखों का जिहड़ा आना जाना है ये अज्ञान की संगत करके सी, अज्ञान की संगत वालों निसंग हो गए, असंग हो गए है, इस करके आउण जाण तो भी असंग हो गए हैं गुरमुख। पर हर लोग दृष्टांते आवे गुरमुख आवे जा निसंग, निसंग आई जाई जावे गुरमुख नहीं। गुरमुखों का आना जाना की जी शंका है रहत हो गए इस तो। पर हर मैल जिलाई कलंक, गुरमुखों की जी अविद्या की मैल है ਅਤੇ ਇਸ ਮੈਲ ਨੂੰ ਪਰਹਰਨ ਕਰ ਦਿੱਤਾ ਹੈ। ਕਾਮ ਆਦਿਕਾਂ ਦੇ ਕਲੰਕਾਂ ਨੂੰ ਬ੍ਰਹਮ ਵਿਆਸ ਰੂਪੀ ਅਗਨੀ ਵਿੱਚ ਜਾਲ ਦਿੱਤਾ ਹੈ। ਗੁਰਮੁਖ ਨਾਦ ਵੇਦ ਵਿਚਾਰ, ਜੋ ਗੁਰਮੁਖ ਹਨ ਗੁਰਾਂ ਦੁਆਰਾ ਗੁਰਮੁਖ ਬਣੇ ਹੋਏ ਉਹਨਾਂ ਦਾ ਸਾਲਸੀ ਨਾਦ ਜਿਹੜਾ ਉਪਦੇਸ਼ ਹੈ ਇਹੋ ਹੀ ਵੇਦ ਦੀ ਵਿਚਾਰ ਹੈ। ਗੁਰਮੁਖ ਜਿਹੜੇ ਜਦੋਂ ਵੀ ਉਪਦੇਸ਼ ਦਿੰਦੇ ਹੈ ਉਹ ਸਾਰੇ ਵੇਦਾਂ ਦੀ ਵਿਚਾਰ ਉਹਦੇ ਵਿੱਚ ਤੱਤ ਸਿਧਾਂਤ ਆ ਜਾਂਦਾ ਹੈ ਜੋ ਨਿਰਣਾ ਹੁੰਦਾ ਹੈ। ਇਸੇ ਪ੍ਰਕਾਰ ਗੁਰਮੁਖ ਗੁਰਮੁਖ ਨਾਦ ਵੇਦ ਵਿਚਾਰ, ਜਾਂ ਤਾਂ ਗੁਰਮੁਖ ਨਾਦ ਸ਼ਬਦ ਪੜ੍ਹਦੇ ਰਹਿੰਦੇ ਹੈ
ਤੇ ਜਾਂ ਵੇਦ ਗਿਆਨ ਦੀ ਵਿਚਾਰ ਕਰਦੇ ਰਹਿੰਦੇ ਆ, ਵਿਹਲੇ ਨਹੀਂ ਰਹਿੰਦੇ ਗੁਰਮੁਖ। ਹਰ ਵਕਤ ਜਾਂ ਕੀਰਤਨ ਕਰਨਾ ਜਾਂ ਵੇਦ ਗਿਆਨ ਦੀ ਵਿਚਾਰ ਕਰਨੀ, ਇਹ ਗੁਰਮੁਖਾਂ ਦਾ ਆਪਣਾ ਜੀਵਨ ਹੈ। ਜੀਵਨ ਮੁਕਤੀ ਦਾ ਪ੍ਰਾਪਤੀ ਵਾਸਤੇ ਗੁਰਮੁਖ ਨਾਦ ਵੇਦ ਵਿਚਾਰ, ਗੁਰਮੁਖਾਂ ਦਾ ਜਿਹੜਾ ਵੇਦ ਦੀ ਗਿਆਨ ਦੀ ਵਿਚਾਰ ਹੈ, ਇਹੋ ਹੀ ਨਾਦ ਬ੍ਰਹਮ ਦੀ ਪ੍ਰਾਪਤੀ ਹੈ। ਗੁਰਮੁਖਾਂ ਨੂੰ ਵੇਦ ਗਿਆਨ ਦੀ ਵਿਚਾਰ ਗੁਰਮੁਖ ਕਰਦੇ ਰਹਿੰਦੇ ਹੈ, ਤੇ ਨਾਦ ਬ੍ਰਹਮ ਜੋ ਹੈ ਉਹਨਾਂ ਨੂੰ ਉਸ ਰੂਪ ਦੀ ਵਿਚਾਰ ਸਿਖਿਆਤਤਾ ਹੋ ਜਾਂਦੀ ਹੈ। ਗੁਰਮੁਖ ਨਾਦ ਵੇਦ ਵਿਚਾਰ, ਗੁਰਮੁਖਾਂ ਦਾ ਜਿਹੜਾ ਨਾਦ ਉਪਦੇਸ਼ ਹੈ, ਇਹੋ ਹੀ ਵੇਦਾਂ ਦੀ ਵਿਚਾਰ ਹੈ। ਸਾਰੇ ਵੇਦਾਂ ਦੇ ਸਿਧਾਂਤ ਉਹਦੇ ਵਿੱਚ ਆ ਗਏ ਗੁਰਮੁਖਾਂ ਦੇ ਬੋਲਣ ਵਿੱਚ। ਗੁਰਮੁਖ ਨਾਦ ਵੇਦ ਵਿਚਾਰ, ਜਿਹੜੇ ਗੁਰਮੁਖ ਹੈ ਗੁਰਮੁਖਾਂ ਦੀ ਵਿਚਾਰ ਪ੍ਰਾਪਤ ਕਰਦੇ ਹੈ, ਉਹਨਾਂ ਦੇ ਤਾਈਂ ਸਾਧ ਸੰਗਤ ਜੀ ਪਹਿਲਾਂ ਬ੍ਰਹਮ ਦਾ ਵਿਚਾਰ ਪਰੋਹ ਗਿਆਨ ਹੁੰਦਾ ਹੈ, ਫਿਰ ਵੇਦ ਗਿਆਨ ਅਪਰੋਹ ਗਿਆਨ ਹੁੰਦਾ ਗੁਰਮੁਖਾਂ ਨੂੰ ਨਾਦ ਬ੍ਰਹਮ ਦਾ। ਗੁਰਮੁਖ ਮੱਜਨ ਚੱਜ ਆਚਾਰ, ਗੁਰਮੁਖਾਂ ਦਾ ਸਾਧ ਸੰਗਤ ਜੀ ਮੱਜਨ ਪੁਰਬਾਂ ਦਾ ਇਸ਼ਨਾਨ ਸਾਰੇ ਹੀ ਹੋ ਗਏ ਉਹਨਾਂ ਦੇ। ਜਿਹੜਾ ਉਹਨਾਂ ਚੱਜ ਗਿਆਨ ਦਾ ਢੰਗ ਹੈ ਤੇ ਸ੍ਰੇਸ਼ਟ ਆਚਾਰ ਨਿਸ਼ਕਾਮ ਕਰਮਾਂ ਦਾ, ਇਹੋ ਹੀ ਪੁਰਬਾਂ ਦਾ ਇਸ਼ਨਾਨ ਹੈ ਗੁਰਮੁਖਾਂ ਦਾ। ਮੱਜਨ ਗੁਰਮੁਖ ਮੱਜਨ ਚੱਜ ਆਚਾਰ, ਗੁਰਮੁਖਾਂ ਦਾ ਇਹ ਪੁਰਬਾਂ ਦਾ ਇਸ਼ਨਾਨ ਹੈ ਜੋ ਚੱਜ ਗਿਆਨ ਦੇ ਢੰਗ ਦਾ ਸ੍ਰੇਸ਼ਟਾਚਾਰ ਕਰਦੇ ਹਨ। ਗੁਰਮੁਖ ਸ਼ਬਦ ਅੰਮ੍ਰਿਤ ਹੈ ਸਾਰ, ਗੁਰਮੁਖਾਂ ਦਾ ਸ਼ਬਦ ਜਿਹੜਾ ਉਪਦੇਸ਼ ਹੈ ਇਹ ਅੰਮ੍ਰਿਤ ਹੈ, ਸਾਰ ਅਸਲੀ ਅਸਲੀ ਅੰਮ੍ਰਿਤ ਹੈ। ਸਾਰ ਰੂਪ ਦੀ ਪ੍ਰਾਪਤੀ ਕਰਾਉਣ ਵਾਲਾ, ਅੰਮ੍ਰਿਤ ਮੁਕਤ ਦੇਣ ਵਾਲਾ, ਬ੍ਰਹਮਾਨੰਦ ਦੇਣ ਵਾਲਾ ਗੁਰਮੁਖਾਂ ਦਾ ਸ਼ਬਦ ਉਪਦੇਸ਼ ਹੈ। ਜੋ ਗੁਰਮੁਖਾਂ ਦੇ ਉਪਦੇਸ਼ ਨੂੰ ਗ੍ਰਹਿਣ ਕਰਦੇ ਹੈ ਉਹ ਸਾਧ ਸੰਗਤ ਜੀ ਅੰਮ੍ਰਿਤ ਮਿਰਤੂ ਤੋਂ ਰਹਿਤ ਹੋ ਜਾਂਦੇ, ਮੁਕਤ ਹੋ ਜਾਂਦੇ ਹੈ। ਸਾਰ ਰੂਪ ਦੀ ਉਹਨਾਂ ਨੂੰ ਪ੍ਰਾਪਤੀ ਹੋ ਜਾਂਦੀ ਹੈ। ਗੁਰਮੁਖ ਸ਼ਬਦ ਅੰਮ੍ਰਿਤ ਹੈ ਸਾਰ। ਗੁਰਮੁਖਾਂ ਦਾ ਸ਼ਬਦ ਬ੍ਰਹਮ ਜੋ ਹੈ ਅੰਮ੍ਰਿਤ ਰੂਪ, ਉਸ ਦਾ ਨਾਮ ਇਹੋ ਹੀ ਸਾਰ ਗ੍ਰਹਿਣ ਕੀਤਾ ਹੈ। ਨਾਨਕ ਗੁਰਮੁਖ ਪਾਵੈ ਪਾਰ, ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਐਸੇ ਜਿਹੜੇ ਗੁਰਮੁਖ ਹਨ ਭਾਈ, ਉਹ ਸੰਸਾਰ ਸਮੁੰਦਰ ਤੋਂ ਆਪ ਪਾਰ ਪਾ ਜਾਂਦੇ ਆ, ਮੁਕਤ ਰੂਪੀ ਕਿਨਾਰੇ ਤੇ ਪਹੁੰਚ ਜਾਂਦੇ ਹੈ। ਤੇ ਹੋਰ ਅਧਿਕਾਰੀਆਂ ਨੂੰ ਵੀ ਜਹਾਜ਼ ਦੀ ਨਿਆਈ ਬਣ ਕੇ ਸੰਸਾਰ ਤੋਂ ਪਾਰ ਮੁਕਤ ਰੂਪੀ ਕਿਨਾਰੇ ਤੇ ਪਹੁੰਚਾਈ ਜਾਂਦੇ, ਪਾਈ ਜਾਂਦੇ ਹੈ। ਐਸਾ ਗੁਰਮੁਖਾਂ ਦਾ ਜੀਵਨ ਹੈ। ਉਹ ਪਰਮੇਸ਼ਰ ਦਾ ਪਾਰਾਵਾਰ ਸਰੂਪ ਹੈ, ਜਿਹੜਾ ਉਪਾਰ ਹੈ ਨਾ, ਉਸ ਸਰੂਪ ਦੀ ਪ੍ਰਾਪਤੀ ਕਰ ਲੈਂਦੇ, ਪਰਾਰੂਪ ਬ੍ਰਹਮ ਦੀ ਗੁਰਮੁਖ। ਚੰਚਲ ਚੀਤ ਨਾ ਰਹੀ ਠਾਰ, ਇਹ ਮਹਾਰਾਜ ਸਾਡੇ ਚਿੱਤ ਤੇ ਕਿਉਂ ਨਹੀਂ ਇਕਾਗਰਤਾ ਹੁੰਦੀ, ਸਾਨੂੰ ਰਸ ਕਿਉਂ ਨਹੀਂ ਆਉਂਦਾ? ਤਾਂ ਗੁਰੂ ਮਹਾਰਾਜ ਸਾਹਿਬ ਕਹਿੰਦੇ ਨੇ, ਭਾਈ ਚੰਚਲ ਚੀਤ ਨਾ ਰਹੀ ਠਾਰ, ਇਹ ਭਾਈ ਵਿਸ਼ਿਆਂ ਦੀ ਸੰਗਤ ਕਰਕੇ ਜਿਹੜਾ ਚਿੱਤ ਹੈ ਚੰਚਲ ਹੋਇਆ ਰਹਿੰਦਾ ਹੈ। ਹਰ ਵਕਤ ਚੰਚਲ ਜਿਹੜਾ ਰਹਿੰਦਾ ਹੈ ਮਨ, ਚੰਚਲ ਚੀਤ ਨਾ ਰਹੀ ਠਾਰ। ਇੱਕ ਸਾਧ ਸੰਗਤ ਦੁਆਰਾ ਨਾਮ ਰੂਪੀ ਥਾਂ ਵਿੱਚ ਨਹੀਂ ਰਹਿੰਦਾ, ਅੰਤਰਮੁਖ ਰੂਪੀ ਸਥਾਨ 'ਚ ਨਹੀਂ ਰਹਿੰਦਾ, ਤੁਰਿਆ ਪਦ ਰੂਪੀ ਥਾਂ 'ਚ ਨਹੀਂ ਰਹਿੰਦਾ, ਸਰੂਪ ਆਨੰਦ ਰੂਪੀ ਥਾਂ 'ਚ ਨਹੀਂ ਸਥਿਤ ਹੁੰਦਾ ਹੈ, ਸਰਦਾ ਭਾਵਨਾ ਰੂਪੀ ਥਾਂ 'ਚ ਨਹੀਂ ਟਿਕਦਾ ਹੈ। ਚੋਰੀ ਮਿਰਗ ਅੰਗੂਰੀ ਖਾ, ਇਹ ਮਹਾਰਾਜ ਚੰਚਲ ਹੈ ਚਿੱਤ ਕਿਉਂ ਹੋਇਆ ਹੈ? ਕਹਿੰਦੇ ਨੇ ਭਾਈ ਚੀਤ ਨਾ ਰਹੀ, ਚਿੱਤ ਜਿਹੜਾ ਹੈ ਗੁਰੂ ਸਾਹਿਬ ਦੇ ਸ਼ਬਦ ਰੂਪੀ ਥਾਂ 'ਚ ਨਾ ਸਥਿਤ ਰਹਿੰਦਾ, ਸ਼ਬਦ 'ਚ ਨਾ ਟਿਕਣੇ ਕਰਕੇ ਚੰਚਲ ਚਿੱਤ ਹੈ। ਫਿਰ ਮਹਾਰਾਜ ਕੀ ਕਾਰਨ ਹੈ? ਚੋਰੀ ਮਿਰਗ ਅੰਗੂਰੀ ਖਾ, ਜਿਹੜਾ ਭਾਈ ਖੇਤੀ ਦਾ ਰਾਖਾ ਹੋਵੇ ਤੇ ਉਹ ਇੱਕ ਥਾਂ ਟਿਕੇ ਹੀ ਨਾ, ਤੇ ਇਸ ਪ੍ਰਕਾਰ ਸਾਧ ਸੰਗਤ ਜੀ ਫਿਰ ਉਹ ਚੰਚਲ ਆਦਮੀ ਦੀਆਂ ਜਿਹੜੀ ਖੇਤੀ ਹੈ ਸਾਰੀ ਖਾ ਹੀ ਜਾਣੀ ਹੈ ਨਾ ਪਸ਼ੂਆਂ ਨੇ। ਇਸੇ ਪ੍ਰਕਾਰ ਚੋਰੀ ਮਿਰਗ ਅੰਗੂਰੀ ਖਾ, ਇਹ ਜਦੋਂ ਚਿੱਤ ਟਿਕਦਾ ਨਹੀਂ, ਚਿੱਤ ਪਾਸੇ ਚਲਿਆ ਜਾਂਦਾ ਹੈ, ਉਸ ਵੇਲੇ ਚੋਰੀ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿਕ ਜਿਹੜੇ ਮਿਰਗ ਹੈ ਇਹ ਸ਼ੁਭ ਗੁਣਾਂ ਦੀ ਅੰਗੂਰੀ ਨੂੰ ਖਾ ਜਾਂਦੇ ਹਨਗੇ। ਸ਼ੁਭ ਗੁਣ ਨਹੀਂ ਅੰਦਰ ਹਿਰਦੇ ਰਹਿਣ ਦਿੰਦੇ, ਸੁਧ ਚਿੱਤ ਨਹੀਂ ਇਹ ਰਹਿਣ ਦਿੰਦੇ, ਇਹ ਸ਼ੁਭ ਗੁਣਾਂ ਦੀ ਅੰਗੂਰੀ ਨਹੀਂ ਹਰੀ ਰਹਿਣ ਦਿੰਦੇ। ਕਾਮ ਕ੍ਰੋਧ ਆਦਿਕ ਇਹ ਚੋਰੀ ਪੈ ਕੇ ਖਾ ਜਾਂਦੇ ਹਨ। ਚਰਨ ਕਮਲ ਔਰ ਧਾਰੇ ਚੀ, ਫੇਰ ਸੱਚੇ ਪਾਤਸ਼ਾਹ ਚਿੱਤ ਚੱਲ ਕਿਵੇਂ ਹੋਵੇ, ਰੱਖਿਆ ਕਿਵੇਂ ਹੋਵੇ ਸ਼ੁਭ ਗੁਣਾਂ ਦੀ? ਤਾਂ ਆਪ ਕਹਿੰਦੇ ਮਹਾਰਾਜ ਦੇ ਜੋ ਚਰਨ ਪੂਜਨੀਕ ਹਨ, ਕਵਲਵਤ ਪ੍ਰਕਾਸ਼ਮੈ, ਉਹਨਾਂ ਦੇ ਤਾਈਂ ਔਰ ਹਿਰਦੇ ਦੇ ਅੰਦਰ, ਚਿੱਤ ਦੇ ਔਰ ਅੰਦਰ ਧਾਰਨਾ ਕਰੇ, ਚਿਤਵਣੀ ਕਰੇ, ਹਰ ਵਕਤ ਚਿੰਤਨ ਕਰੇ। ਚਿਰ ਜੀਵਨ ਚੇਤਨ ਨਿਤ ਨੀਤ, ਜਿਹੜਾ ਚਿਰਜੀਵੀ ਕੌਣ? ਪਰਮੇਸ਼ਰ ਹੈ, ਸਦਾ ਸਦਾ ਨਿਤ ਜੀਵਨ ਰੂਪ ਜੋ ਪਰਮੇਸ਼ਰ ਹੈ ਉਹਨੂੰ ਚੇਤਨਾ ਕਰੇ, ਹਰ ਵਕਤ ਚੇਤੇ ਕਰੇ, ਨਿਤ ਭਰਤੀ। ਫਿਰ ਨਿਤ ਰੂਪ ਦੀ ਪ੍ਰਾਪਤੀ ਕਰਕੇ ਇਹ ਵੀ ਬ੍ਰਹਮ ਗਿਆਨੀ ਆਪ ਪਰਮੇਸ਼ਰ ਚਿਰ ਜੀਵਨ ਹੋ ਜਾਂਦਾ ਹੈ, ਇਹ ਵੀ ਜੰਮਣ ਮਰਨ ਤੋਂ ਰਹਿਤ ਹੋ ਜਾਂਦਾ ਹੈ।
ਚਿੰਤਤ ਹੀ ਦੀਸੈ ਸਭ ਕੋ। ਇਹ ਗਰੀਬ ਨਵਾਜ ਜੀ ਭਜਨ ਤਾਂ ਸਾਰੇ ਕਰਦੇ ਦਿਸਦੇ ਆ। ਮਹਾਰਾਜ ਕਹਿੰਦੇ ਕੋਈ ਭਾਈ ਮੰਨੀ ਰਾਮ, ਕੋਈ ਮੱਖਣੀ ਰਾਮ, ਕੋਈ ਦੁੱਧ ਰਾਮ, ਇਉਂ ਚਿਤਵਣੀ ਕਰਦੇ ਆ ਸਾਰੇ ਜਿੰਨੇ ਹਨ। ਚਿੰਤਤ ਹੀ ਦੀਸੈ ਸਭ ਕੋ। ਚਿਤਵਣੀ ਕਰਦੇ ਹੋਏ ਸਾਰੇ ਵੇਖੀ ਦੇ ਪਦਾਰਥਾਂ ਵਾਸਤੇ ਚਿਤਵਣੀ ਕਰਦੇ ਆ ਸਾਰੇ ਜਿੰਨੇ ਹਨਗੇ। ਕੋਈ ਕਿਸੇ ਪਦਾਰਥ ਵਾਸਤੇ ਚਿਤਵਣੀ ਕਰਦਾ ਹੈ, ਕੋਈ ਕਿਸੇ ਪਦਾਰਥ ਵਾਸਤੇ ਚਿੰਤਨ ਕਰਦਾ ਰਹਿੰਦਾ ਹੈ। ਚਿਤ ਹੈ ਏਕ ਤਹੀ ਸੁਖ ਹੋਇ। ਜੇ ਇੱਕ ਅਕਾਲ ਪੁਰਖ ਦੀ ਪ੍ਰਾਪਤੀ ਵਾਸਤੇ ਉਸ ਵਾਹਿਗੁਰੂ ਨੂੰ ਚੇਤੇ ਕਰਨ, ਪਦਾਰਥਾਂ ਦੀ ਚਿਤਵਣੀ ਛੱਡ ਕੇ ਕਹੀਂ ਤਿੰਨਾਂ ਦੇ ਤਾਂ ਹੀ ਉਹ ਸੁਖ ਸਰੂਪ ਦੀ ਪ੍ਰਾਪਤੀ ਹੋ ਸਕਦੀ ਹੈ। ਕਹੀਂ ਉਸੇ ਹਿਰਦੇ ਦੇ ਅੰਦਰ ਕਿਸੇ ਵਕਤ ਹੀ ਆਤਮਾਨੰਦ ਸੁਖ ਦੀ ਪ੍ਰਾਪਤੀ ਉਹਨਾਂ ਨੂੰ ਹੋ ਸਕਦੀ ਹੈ ਜਿਹੜੇ ਇੱਕ ਨੂੰ ਚੇਤੇ ਕਰਨ। ਜਿਹੜੇ ਬਾਹਲਿਆਂ ਪਦਾਰਥਾਂ ਵਿੱਚ ਕਬੀਰ ਜੀ ਨੇ ਕਿਹਾ ਹੈ, ਰਾਮ ਕਹਿਨ ਮੈਂ ਭੇਦ ਹੈ ਤਾਂ ਮੈਂ ਏਕ ਵਿਚਾਰ, ਸੋਈ ਰਾਮ ਸਵੇ ਕਹੇ ਸੋਈ ਕੌਂਤ ਕਹਾਰ। ਇੱਕ ਤਾਂ ਰਾਮ ਸਾਰੇ ਤਮਾਸ਼ਬੀਨ ਵੀ ਕਹਿੰਦੇ ਹੈ ਤੇ ਸਾਰੇ ਸੰਤ ਭਗਤ ਵੀ ਕਹਿੰਦੇ ਹਨ। ਸੋ ਕਬੀਰ ਰਾਮੈ ਰਾਮ ਕਉ ਕਹਿਵੇ ਮਾਹ ਵਿਵੇਕ, ਏਕ ਅਨੇਕਾ ਮਿਲ ਗਿਆ ਏਕ ਸਮਾਨਾ ਏਕ। ਇੱਕ ਨਾ ਦਾ ਅਨੇਕ ਪਦਾਰਥਾਂ 'ਚ ਮੰਨੀ ਰਾਮ, ਰੋਟੀ ਰਾਮ, ਦੁੱਧ ਰਾਮ 'ਚ ਮਿਲ ਗਿਆ, ਮੱਖਣੀ ਰਾਮ 'ਚ। ਇੱਕ ਦਾ ਇੱਕ ਵਿੱਚ ਸਮਾਇਆ ਹੋਇਆ, ਉਹ ਇੱਕ ਨੂੰ ਪ੍ਰਾਪਤ ਕਰਦੇ ਹੈ। ਸੋ ਇਸ ਪ੍ਰਕਾਰ ਮਹਾਰਾਜ ਕਹਿੰਦੇ ਹਨ ਚਿਤ ਹੈ ਏਕ। ਤਹੀ ਸੁਖ। ਜੇ ਇੱਕ ਸਰੂਪ ਦੀ ਪ੍ਰਾਪਤੀ ਵਾਸਤੇ ਨੂੰ ਚੇਤੇ ਕਰਨ ਤਾਂ ਉਹਨਾਂ ਦੇ ਹਿਰਦੇ 'ਚ ਤਿੱਥੇ ਹੀ ਸੁਖ ਦੀ ਪ੍ਰਾਪਤੀ ਹੋ ਸਕਦੀ ਹੈ। ਚਿਤ ਵਸੈ ਰਾਚੈ ਹਰਿ ਨਾਇ। ਸੱਚੇ ਪਾਤਸ਼ਾਹ ਜੀ ਕਿਰਪਾ ਕਰੋ। ਮਹਾਰਾਜ ਕਹਿੰਦੇ ਰਾਚੈ ਹਰਿ ਨਾਇ। ਜਦੋਂ ਹਰੀ ਦੇ ਨਾਮ ਵਿੱਚ ਚਿੱਤ ਰਚ ਜਾਂਦਾ ਹੈ, ਉਸ ਵੇਲੇ ਚਿੱਤ 'ਚ ਪਰਮੇਸ਼ਰ ਵਸ ਜਾਂਦਾ ਹੈ, ਪ੍ਰਗਟ ਹੋ ਜਾਂਦਾ ਹੈ। ਜਿਵੇਂ ਮਹਾਰਾਜ ਦਾ ਹੁਕਮ ਹੈ, ਨਾਮ ਹੈ ਅੰਦਰ ਹੋਂ ਬਸਾਂ, ਨਾਮ ਬਸੈ ਮਨ ਆਏ। ਅਸੀਂ ਭਾਈ ਨਾਮ ਦੇ ਅੰਦਰ ਨਿਵਾਸ ਕਰਦੇ ਹਾਂ। ਜਿਸ ਪ੍ਰੇਮੀ ਦੇ ਹਿਰਦੇ 'ਚ ਨਾਮ ਆ ਵਸਦਾ ਹੈ, ਉੱਥੇ ਅਸੀਂ ਆਪ ਆ ਕੇ ਨਿਵਾਸ ਕਰਦੇ ਹਾਂ। ਇਸ ਪ੍ਰਕਾਰ ਚਿੱਤ ਵਸੈ ਰਾਚੈ ਹਰਿ ਨਾਇ। ਜਦੋਂ ਗੁਰੂ ਸਾਹਿਬ ਦੇ ਉਪਦੇਸ਼ ਦੁਆਰਾ ਹਰੀ ਦੇ ਨਾਮ 'ਚ ਰਚ ਜਾਵੇ ਚਿੱਤ ਦੀ ਬਿਰਤੀ, ਉਦੋਂ ਚਿੱਤ ਵਿੱਚ ਚੇਤਨ ਵਸ ਜਾਂਦਾ ਹੈ। ਉਹ ਚਿੱਤ ਵਸਦਿਆਂ 'ਚ ਹੋ ਜਾਂਦਾ ਹੈ। ਬਾਕੀ ਉਜੜੇ ਹੋਏ ਚਿੱਤ ਹਨ ਮੁਕਤ ਭਇਆ। ਜਦੋਂ ਚਿੱਤ 'ਚ ਵਸ ਜਾਵੇ ਗੁਰ ਕਾ ਬਚਨ ਬਸੈ ਜੀ ਨਾਲੇ, ਫਿਰ ਰਾਚੈ ਹਰਿ ਨਾਇ। ਰੋਮ ਰੋਮ ਵਿੱਚ ਪਰਮੇਸ਼ਰ ਦਾ ਨਾਮ ਰਚ ਜਾਂਦਾ ਹੈ। ਮੁਕਤ ਭਇਆ ਪਤ ਸਿਉ ਘਰ ਜਾਇ। ਉਹ ਪੁਰਖ ਭਾਈ ਮੁਕਤ ਹੋ ਗਿਆ, ਬੰਧਨਾਂ ਤੋਂ ਰਹਿਤ ਹੋ ਗਿਆ ਹੈ। ਇੱਜ਼ਤ ਦੇ ਸਹਿਤ ਆਪਣੇ ਸੱਚ ਸਰੂਪ ਰੂਪੀ ਘਰ ਵਿੱਚ ਜਾਂਦਾ ਹੈ। ਤੁਰਿਆ ਪਦ ਰੂਪੀ ਘਰ ਜਾਂਦਾ ਹੈ। ਪਰਲੋਕ ਰੂਪੀ ਘਰ 'ਚ ਸੱਚਖੰਡ 'ਚ ਪ੍ਰਤਿਸ਼ਠਾ ਦੇ ਸਹਿਤ ਹੋ ਜਾਂਦਾ ਹੈ। ਛੀਜੈ ਦੇਹ ਖੁੱਲ੍ਹੈ ਇੱਕ ਗੰਢ। ਇਹ ਪ੍ਰੇਮੀਓ ਦੇਹ ਤਾਂ ਛਿਜ ਜਾਣੀ ਹੈ, ਨਾਸ ਹੋ ਜਾਣੀ ਹੈ। ਜਦੋਂ ਇੱਕ ਪ੍ਰਾਣ ਤੇ ਅਪਾਨ ਵਾਯੂ ਦੀ ਗੰਢ ਖੁੱਲ੍ਹ ਗਈ, ਜਿਹੜੀ ਧੁਨੀ ਦੇ ਉਦਾਰੇ ਜਿਵੇਂ ਮਧਾਣੀ ਦੇ ਉਦਾਰੇ ਨੇਤਰਾ ਘੁੱਖਦਾ ਹੈ, ਇਸ ਪ੍ਰਕਾਰ ਜਿਹੜੀ ਪੌਣ ਘੁੱਕ ਰਹੀ ਹੈ ਨਾਭੀ ਦੇ ਉਦਾਰੇ, ਉਹ ਪ੍ਰਾਣ ਤੇ ਅਪਾਨ ਵਾਯੂ ਹੈ। ਜੋ ਪੌਣ ਖਾਰਜ ਹੋਣ ਵਾਲੀ ਹੈ ਉਹ ਅਪਾਨ ਵਾਯੂ ਹੈ। ਜਿਸ ਦੇ ਨਾਲ ਸਰੀਰ ਦੇ ਅੰਦਰ ਕਿਰਿਆ ਹੋ ਰਹੀ ਹੈ ਉਹ ਪ੍ਰਾਣ ਵਾਯੂ ਹੈ। ਹਿਰਦੇ ਜਿਹੜੇ ਰਹਿਣ ਵਾਲੇ ਹੈ, ਇਹਨਾਂ ਦੀ ਆਪੋ ਵਿੱਚ ਹੀ ਮਧਾਣੀ ਦੇ ਨੇਤਰਿਓਂ ਗੰਢ ਪਈ ਹੋਈ ਹੈ। ਜਦੋਂ ਇਹ ਖੁੱਲ੍ਹ ਜਾਂਦੀ ਹੈ ਪ੍ਰਾਣ ਅਪਾਨ ਵਾਯੂ ਦੀ ਗੰਢ, ਉਸੇ ਵੇਲੇ ਇੱਕ ਇਹ ਗੰਢ ਜਿਹੜੀ ਹੈ ਨਾ ਪ੍ਰਾਣ ਤੇ ਅਪਾਨ ਵਾਯੂ ਦੀ ਜੋ ਖੁੱਲ੍ਹ ਜਾਂਦੀ ਹੈ, ਉਸ ਵੇਲੇ ਦੇਹ ਛਿਜ ਜਾਂਦੀ ਹੈ, ਨਾਸ ਹੋ ਜਾਂਦੀ। ਉਸੇ ਵੇਲੇ ਦੇਹ ਕਾਇਮ ਨਹੀਂ ਰਹਿ ਸਕਦੀ ਹੈ ਜਿਹੜੀ ਦੇਹ ਹੈ। ਛਿਆਨਤ ਦੇਖੋ ਜਗ ਹੰਡ। ਹਾਂਜੀ ਫਿਰ ਬੋਲ। ਛੀਜੈ ਦੇਹ ਖੁੱਲ੍ਹੈ ਇੱਕ ਗੰਢ। ਜਦੋਂ ਪ੍ਰਾਣ ਅਪਾਨ ਵਾਯੂ ਦੀ ਇੱਕ ਜਿਹੜੀ ਗੰਢ ਮਾਰਨ ਪਾਈ ਹੋਈ ਹੈ, ਇਹਦਾ ਚੱਕਰ ਆਪੋ ਵਿੱਚ ਹੀ ਖੁੱਲ੍ਹ ਜਾਂਦਾ ਹੈ। ਉਹ ਜੋ ਉਸ ਵੇਲੇ ਸਥੂਲ ਦੇਹ ਜਿਹੜੀ ਹੈ ਇਹ ਨਾਸ ਹੋ ਜਾਂਦੀ ਹੈ। ਛੀਜੈ ਦੇਹ ਖੁੱਲ੍ਹੈ ਇੱਕ ਗੰਢ। ਜੇ ਕਰਕੇ ਚਿਦਜੜ ਗ੍ਰੰਥੀ ਗੰਢ ਖੁੱਲ੍ਹ ਜੇ, ਫਿਰ ਦੇਹ ਦਾ ਮਾਨ ਛਿਜ ਸਕਦਾ, ਨਾਸ ਹੋ ਸਕਦਾ ਹੈ। ਪਰ ਇਸ ਪ੍ਰਕਾਰ ਅਪਾਨ ਵਾਯੂ ਦੇ ਗੰਢ ਖੁੱਲ੍ਹਣੇ ਕਰਕੇ ਦੇਹ ਨਾਸ ਹੋ ਜਾਂਦੀ ਹੈ। ਛਿਆਨਤ ਦੇਖੋ ਜਗ ਹੰਡ। ਛਿਆਨਤ ਦੇਖੋ ਜਗ ਹੰਡ ਅੰਮ੍ਰਿਤਸਰ ਦਾ ਪਾਠ ਹੈ। ਇਹ ਜਿਸ ਨੂੰ ਨਿਤ ਵੇਖਦੇ ਹੋ ਨਾ ਜਗ 'ਚ ਹੰਡ ਫਿਰ ਕੇ, ਇਹ ਛਿਆ ਨਾਸ ਹੋਣ ਵਾਲੀ ਹੈ। 92ਵੇਂ ਸਾਹ ਦਾ ਪਾਠ ਛੇ ਅੰਤ ਇਕੱਠਾ ਹੀ ਹੈ। ਛੇ ਅੰਤ ਦੇਖੋ ਜਗ ਹੰਡ, ਜਗ 'ਚ ਫਿਰ ਕੇ ਵੇਖ ਲਓ। ਇਹ ਜਿਹੜੀ ਅਨਿਤ ਦੇਹ ਹੈ ਇਹ ਛੈ ਨਾਸ ਹੋ ਹੀ ਜਾਣੀ ਹੈ। ਇਹਨੂੰ ਅਸੀਂ ਮਿੱਥਿਆ ਹੀ ਸਾਰੇ ਦੇਹ ਇਹਨੂੰ ਕਹਿੰਦੇ ਹਾਂ। ਸ਼ਾਂਤ ਛੈ ਰੂਪ ਹੈ ਇਹ ਜਗ 'ਚ ਫਿਰ ਕੇ ਵੇਖ ਲਓ। ਕੋਈ ਵੀ ਸੰਸਾਰ ਵਿੱਚ ਸਰੀਰ ਧਾਰੀ ਨਹੀਂ ਰਹਿ ਸਕਿਆ। ਜਾਲ ਵਧੇ ਸਭ ਹੀ ਮਿਰਤ ਕੇ,
ਕੋਈ ਰਾਮ ਰਸੂਲ ਨਾ ਬਾਚਨ ਪਾਏ, ਦਾਨਵ ਦੇ ਫਨਿਨ ਧਰਾ ਤੇ ਪਛ ਪਸੂ। ਇਉਂ ਸਾਰੇ ਬਿਆੰਤੀ ਸਮਾਪਤ ਸ਼ਾਂਤ ਛੈ ਰੂਪ ਹੈ ਸੰਸਾਰ। ਦੇਖ ਲੋ ਜਗ ਚ ਫਿਰ ਕਰਕੇ ਜੇ ਸੰਸਾਰ ਹੈ। ਧੂਪ ਛਾਵ ਜੇ ਸੰਕਰ ਜਾਣ। ਫਿਰ ਸੱਚੇ ਪਾਤਸ਼ਾਹ ਛੈ ਰੂਪ ਸੰਸਾਰ ਤੋਂ ਬਚੀਏ ਕਿਵੇਂ? ਕਹਿੰਦੇ ਧੁੱਪ ਨੂੰ ਤੇ ਛਾਂ ਨੂੰ ਜਿਹੜਾ ਇੱਕੋ ਜਿਹਾ ਕਰਕੇ ਜਾਣੇ। ਬੰਧਨ ਕਾਟ ਮੁਕਤ ਘਰ ਆਣ। ਧੁੱਪ ਦੀ ਨਿਆਈ ਜਿਹੜਾ ਦੁੱਖ ਹੈ, ਧੁੱਪ ਦੀ ਨਿਆਈ ਜਿਹੜੀ ਤ੍ਰਿਸ਼ਨਾ ਹੈ, ਤੇ ਛਾਵ ਦੀ ਨਿਆਈ ਜਿਹੜੀ ਸ਼ਾਂਤੀ ਹੈ। ਸ਼ਾਮ ਸੁਖ ਤੇ ਧੂਪ ਦੁੱਖ। ਦੁੱਖ ਸੁਖ ਵਿੱਚ ਇੱਕੋ ਜਿਹੀ ਬਿਰਤੀ ਜਿਹੜਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ। ਸੁਖ ਸਨੇਹ ਅਰ ਭੈ ਨਹੀਂ ਜਾਂਕੈ, ਕੰਚਨ ਮਾਟੀ ਮਾਨੈ। ਜਿਹੜਾ ਸਮਾਨ ਬਿਰਤੀ ਕਰਕੇ ਜਾਣੇ। ਬੰਧਨ ਕਾਟ ਮੁਕਤ ਘਰ ਆਣੈ। ਉਹ ਭਾਈ ਹਉਮੈ ਦੇ ਬੰਧਨਾਂ ਨੂੰ ਕੱਟ ਲੈਂਦਾ ਹੈ, ਮੁਕਤੀ ਦੇ ਘਰ ਸਤਸੰਗਤ ਵਿੱਚ ਚਿੱਤ ਨੂੰ ਲੈ ਆਉਂਦਾ ਹੈ। ਬੰਧਨ ਕਾਟ ਉਹਦੇ ਬੰਧਨ ਕਰਤਾ ਭੁਗਤਾ ਦੇ ਕੱਟੇ ਜਾਂਦੇ ਹਨ, ਅਹੰਗਤਾ ਮਮਤਾ ਦੇ। ਮੁਕਤ ਘਰ ਆਣਾ, ਘਰ ਸਰੂਪ ਰੂਪੀ ਘਰ 'ਚ ਮੁਕਤ ਰੂਪੀ ਘਰ ਵਿੱਚ ਆ ਜਾਂਦਾ ਹੈ, ਲੈ ਆਉਂਦੇ ਹੈ। ਮਹਾਰਾਜ ਦੀ ਜੋ ਸ਼ਰਨ ਆਉਂਦਾ ਹੈ ਉਹਨੂੰ ਘਰ ਵਿੱਚੋਂ ਹੀ ਹਿਰਦੇ ਦੇ ਅੰਦਰੋਂ ਹੀ ਮੁਕਤ ਮੋਖ ਰੂਪ ਬ੍ਰਹਮ ਦੀ ਪ੍ਰਾਪਤੀ ਹੋ ਜਾਂਦੀ ਹੈ। ਛਾਇਆ ਛੂਛੀ ਜਗਤ ਭੁਲਾਨਾ। ਇਹ ਜਿਹੜੀ ਛਾਇਆ ਕਹਿੰਦੇ ਜੀ ਮੈਨੂੰ ਭੂਤ ਦੀ ਛਾਇਆ, ਮੈਨੂੰ ਮਰਿਆ ਹੋਇਆ ਦਿਸਦਾ ਹੈ। ਇਉਂ ਛਾਇਆ ਨੂੰ ਲੋਕ ਕੋਈ ਹੱਥ ਹੌਲੇ ਕਰਾਉਂਦੇ ਹੈ, ਕੋਈ ਕਿਸੇ ਪ੍ਰਕਾਰ ਕਰਦੇ ਹੈ। ਇਹ ਮਹਾਰਾਜ ਕਹਿੰਦੇ ਛਾਇਆ ਤਾਂ ਭਈ ਜਿਹੜੀ ਕਹਿੰਦੀ ਹੈ ਪਹਿਲਾਂ ਜਿਉਂਦੇ ਦੇ ਨਾਲ ਮੇਲ ਰੱਖਦੇ ਆ, ਮਰੇ ਤੋਂ ਜੇ ਸੁਪਨੇ ਦਿਖਾਈ ਦੇ ਕਹਿੰਦੇ ਛਾਇਆ ਚਿੰਬੜ ਗਈ। ਸੋ ਇਹ ਛਾਇਆ ਤਾਂ ਤੁੱਛ ਹੈ, ਮਹਾਰਾਜ ਕਹਿੰਦੇ ਹਨ ਜਿਹੜੀ ਚਿੰਬੜੀ ਹੋਈ ਹੈ। ਜਗਤ ਭੁਲਾਨਾ। ਇਹ ਸਾਰਾ ਜਗਤ ਇਹਦੇ 'ਚ ਭੁੱਲਣ ਆਇਆ ਹੋਇਆ। ਕਈਆਂ ਨੂੰ ਛਾਇਆ ਸੀ ਚਿੰਬੜਦੀ ਹੈ, ਕੋਈ ਬੇਹੋਸ਼ ਹੋ ਜਾਂਦੇ ਹੈ, ਕਦੇ ਕਿਸੇ ਪ੍ਰਕਾਰ ਦੇ ਟੂਣੇ ਕਰਦੇ ਹੈ, ਕਿਸੇ ਭੂਤ ਵਸ ਵਾਲੇ ਤੋਂ। ਕਈ ਭੂਤਾਂ ਨੂੰ ਹੋਰ ਵਾੜ ਦਿੰਦੇ ਹੈ, ਉਹਨਾਂ ਨੂੰ ਆਪਣੇ ਵਸ ਕਰਕੇ ਫਿਰ ਉਹਨਾਂ ਤੋਂ ਮੰਤਰ ਜੰਤਰ ਕਰਾ ਕੇ ਇਸ ਪ੍ਰਕਾਰ ਨਿਖਿੱਧ ਸਾਧ ਸੰਗਤ ਜੀ ਘੋਰ ਮੰਤਰ ਸਾਧ ਕੇ ਲੋਕਾਂ ਨੂੰ ਤੰਗ ਕਰਦੇ ਹਨ। ਆਪ ਵੀ ਅੰਤ ਨੂੰ ਉਹ ਖਬੀਸ ਪ੍ਰੇਤ ਬਣਦੇ ਆ ਮੰਤਰੀ ਜਿਹੜੇ ਪੁਰਖ ਹੈ। ਇਸ ਪ੍ਰਕਾਰ ਮਹਾਰਾਜ ਕਹਿੰਦੇ ਛਾਇਆ ਛੂਛੀ। ਇਹ ਮਾਇਆ ਰੂਪੀ ਜਿਹੜੀ ਮਾਇਆ ਦੀ ਛਾਇਆ ਅਵਿਦਿਆ ਹੈ, ਇਹਦਾ ਭਾਈ ਛੂਛੀ ਤੁੱਛ ਹੈ। ਸਾਰਾ ਜਗਤ ਇਹਦੇ 'ਚ ਭੁੱਲਣ 'ਚ ਆ ਰਿਹਾ ਹੈ। ਲਿਖਿਆ ਕਿਰਤ ਧੁਰੇ ਪਰਵਾਨ। ਜਿਹੜੇ ਲੋਕ ਇਹਨਾਂ ਭੂਤਾਂ ਪ੍ਰੇਤਾਂ ਨੂੰ ਮੰਨਦੇ ਹੈ, ਛਾਇਆ ਨੂੰ ਮੰਨਦੇ ਹੈ, ਉਹਨਾਂ ਦੇ ਕਿਰਤ ਹੀ ਇਹ ਜਿਹੇ ਲਿਖੇ ਗਏ, ਉਹਨਾਂ ਪ੍ਰੇਤ ਹੀ ਬਣਨਾ। ਧੁਰੋਂ ਹੀ ਜਿਸ ਪ੍ਰਕਾਰ ਦੀ ਲਿਖਤ ਹੋਈ ਹੈ ਉਹ ਪਰਵਾਨਾ ਉਹਨਾਂ ਦੇ ਮੱਥੇ ਤੇ ਲਿਖਿਆ ਹੋਇਆ। ਸਾਧ ਸੰਗਤ ਜੀ ਇਹ ਪ੍ਰਵਾਨ ਨਹੀਂ ਕੀ ਹੈ ਧੁਰੋਂ। ਸੋ ਛਾਇਆ ਛੂਛੀ ਅਵਿਦਿਆ ਰੂਪੀ ਛਾਇਆ ਜਿਹੜੀ ਤੁੱਛ ਹੈ, ਇਹ ਛਾਇਆ ਵਿਦਿਆ ਦੇ ਵਿੱਚ ਪ੍ਰਤਿਬਿੰਬ ਜਿਹੜਾ ਪਿਆ ਚੇਤਨ ਦਾ ਜੀਵ ਬਣਿਆ ਬੈਠਾ ਹੈ, ਇਸ ਵਿੱਚ ਸਾਰਾ ਜਗਤ ਭੁੱਲਣ 'ਚ ਆ ਰਿਹਾ ਹੈ। ਲਿਖਿਆ ਕਿਰਤ ਧੁਰੇ ਪਰਵਾਨ। ਜਿਨ੍ਹਾਂ ਨੂੰ ਭਾਈ ਗੁਰੂ ਸਾਹਿਬ ਦੇ ਉਪਦੇਸ਼ ਨੂੰ ਆਪਣੇ ਅੰਤःਕਰਨ ਰੂਪੀ ਕਾਗਜ਼ ਤੇ ਲਿਖ ਲਿਆ ਹੈ, ਪਰਮੇਸ਼ਰ ਦਾ ਕਿਰਤ ਕੀਰਤਨ ਕਰਦੇ ਹੈ, ਉਹ ਧੁਰੋਂ ਪ੍ਰਮਾਣਿਕ ਹੋ ਗਏ ਹੈ। ਆਪ ਤੋਂ ਲਾ ਕੇ ਪਰਮੇਸ਼ਰ ਨੇ ਆਪਦੇ ਸਰੂਪ 'ਚ ਲੀਨਤਾ ਰੂਪੀ ਪ੍ਰਵਾਨਤਾ ਦਿੱਤੀ ਹੈ। ਛੀਜੈ ਜੋਵਨ ਜਰੂਆ ਸਿਰ ਕਾ। ਇਹ ਜੀਵ ਤੁਸੀਂ ਕਦੇ ਸਮਝਦੇ ਨਹੀਂ ਹੋ। ਛੀਜੈ ਜੋਵਨ ਜਵਾਨੀ ਨਾਸ ਹੁੰਦੀ ਜਾਂਦੀ ਹੈ, ਅਤੇ ਜੋਵਨ ਜਿਵੇਂ ਬਾਲਕ ਅਵਸਥਾ ਨਾਸ ਹੋ ਗਈ, ਇਵੇਂ ਜਵਾਨੀ ਨਾਸ ਹੋ ਜਾਂਦੀ ਹੈ। ਛੀਜੈ ਜੋਵਨ ਜਰੂਆ ਸਿਰ ਕਾ। ਅਤੇ ਫਿਰ ਜਰੂਆ ਬੁਢੇਪਾ ਆ ਜਾਂਦਾ ਹੈ। ਬੁਢੇਪੇ ਦੇ ਸਿਰ ਦੇ ਉੱਤੇ ਕਾਲਾ ਚਿੰਬੜਦਾ ਹੈ। ਕਈ ਜਵਾਨੀ 'ਚ ਛਿਜ ਜਾਂਦੇ ਹੈ, ਕਈਆਂ ਦੇ ਬੁਢੇਪੇ ਵਿੱਚ ਹੀ ਕਾਲ ਆ ਜਾਂਦਾ ਹੈ। ਇਸ ਪ੍ਰਕਾਰ ਨਾਸ ਹੁੰਦੇ ਹੈ ਸਰੀਰ। ਕਾਇਆ ਛੀਜੈ ਭਈ ਸਿਵਾਲ। ਇਹ ਜਿਹੜੀ ਦੇਹ ਹੈ ਭਾਈ, ਇਹ ਜਦੋਂ ਛਿਜ ਜਾਂਦੀ ਨਾਸ ਹੋ ਜਾਂਦੀ, ਚੇਤਨ ਸੱਤਾ ਮਹਾਰਾਜ ਆਪਦੀ ਖਿੱਚ ਲੈਂਦੇ ਹੈ, ਉਦੋਂ ਭਈ ਸਿਵਾਲ ਸੁੱਕਾ ਜਿਵੇਂ ਜਾਲਾ ਹੁੰਦਾ ਸਾਧ ਸੰਗਤ ਜੀ ਪਾਣੀ ਤੋਂ ਵੱਖਰਾ ਪਿਆ, ਇਸ ਪ੍ਰਕਾਰ ਦੀ ਜਾਲੇ ਵਰਗੀ ਸੁੱਕ ਕੇ ਹੋ ਜਾਂਦੀ ਦੇਹ ਜਿਹੜੀ ਹੈ। ਇਹੀ ਜੀ ਹਾਲਤ ਹੈ। ਸੇ ਬਾਲ ਇਹਨੂੰ ਬਾਲ ਦਿੰਦੇ ਹੈ, ਕਈ ਅੱਗ 'ਚ ਪਾ ਕੇ, ਕਈ ਇਸ ਦੇ ਤਾਂ ਹੀ ਧਰਤੀ 'ਚ ਦੱਬ ਦਿੰਦੇ ਹਨ। ਇਸ ਪ੍ਰਕਾਰ ਸਵਾਲ ਸੁੱਕੇ ਜਾਲੇ ਦੀ ਨਿਆਈ ਇਹ ਦੇਹ ਹੋ ਜਾਂਦੀ ਨਾਸ ਹੋ ਕੇ, ਪੁਰਾਣੀ ਹੋ ਕੇ, ਬਿਰਧ ਹੋ ਕੇ, ਅੰਤ ਨੂੰ ਜੋ ਸਰੀਰ ਛੁੱਟ ਜਾਂਦਾ ਹੈ ਉਦੋਂ ਪ੍ਰੇਤ ਹੀ ਸਾਰੇ ਕਹਿਣ ਲੱਗ ਜਾਂਦੇ ਹੈ। ਜਾਲੇ ਦੀ ਨੇ ਸੁੱਕ ਕੇ ਇਕੱਠੀ ਜੀ ਹੋ ਜਾਂਦੀ ਹੈ।